ਦੁਬਾਰਾ ਕਰੋ। प्यारे दर्शकों, विक साहब ने इस ਜਿਹੜਾ ਬਿੱਲ ਆਇਆ ਨਵਾਂ, ਇਹਦੇ ਉੱਪਰ ਫੌਰੀ ਤੌਰ ਦੇ ਉੱਤੇ ਜਿਹੜੀਆਂ ਆਸ਼ੰਕਾਵਾਂ ਵਿਅਕਤ ਕੀਤੀਆਂ, ਆਸ਼ੰਕਾਵਾਂ ਪ੍ਰਗਟ ਕੀਤੀਆਂ, ਜਿਹਦੇ ਜ਼ਰੀਏ ਉਹਨਾਂ ਨੇ ਤੁਹਾਡੇ ਸਾਹਮਣੇ ਦੱਸਿਆ ਵੀ ਇਹਦੇ ਜਿਹੜਾ ਲਾਸਟ ਯੂਜ਼ਰ ਹੈ ਉਹਦੇ ਉੱਤੇ ਹੀ ਜ਼ਿਆਦਾ ਸਾਰਾ ਖਰਚ ਪੈਣਾ ਹੈ। ਔਰ ਫਿਰ ਜਿਹੜਾ ਇਹਨਾਂ ਨੇ ਇਹ ਵੀ ਗੱਲ ਕੀਤੀ ਕਿ ਬੇਰੁਜ਼ਗਾਰੀ ਬਹੁਤ ਵੱਡੀ ਗੱਲ ਹੈ ਜਿਹੜੀ ਵਿਕ ਸਾਹਿਬ ਨੇ ਕੀਤੀ ਕਿ ਬੇਰੁਜ਼ਗਾਰੀ ਵੀ ਵਧੇਗੀ, ਔਰ ਕਿਉਂਕਿ ਇਸ ਵੇਲੇ ਮੁਲਕ ਸਭ ਤੋਂ ਵੱਧ ਤਾਂ ਜਿਹੜੀ ਬੇਰੁਜ਼ਗਾਰੀ ਦੀ ਮੁਸ਼ਕਲ ਚੋਂ ਲੰਘ ਰਿਹਾ। ਸੋ ਵਿਕ ਸਾਹਿਬ ਨੇ ਜਿੱਦਾਂ ਸਾਰੀ ਇਨੀਸ਼ੀਅਲ ਸਟਰ ਦੇ ਉੱਤੇ ਦੱਸੀ ਸਾਰੀ ਪਾਲਿਸੀ ਬਾਰੇ, ਔਰ ਨਾਲ ਹੀ ਉਹਨਾਂ ਨੇ ਕੁਝ ਸ਼ੰਕਾਵਾਂ ਵੀ ਵਿਅਕਤ ਕਰਤੀਆਂ। ਇਸ ਤੋਂ ਪਹਿਲਾਂ ਕਿ ਅਸੀਂ ਅਗਲੇ ਚਰਚਾ ਤੇ ਜਾਈਏ, ਤੁਸੀਂ ਇਹਦੇ ਉੱਤੇ ਦੱਸੋ ਵੀ ਨਵਜੋਤ ਜੀ ਵੀ ਤੁਸੀਂ ਇਸ ਪਾਲਿਸੀ ਨੂੰ ਕਿਸ ਤਰ੍ਹਾਂ ਲੈਂਦੇ ਜੇ? ਦੇਖੋ ਜੀ, ਸਭ ਤੋਂ ਪਹਿਲੀ ਗੱਲ ਹੈ ਕਿ ਵਿਗ ਸਾਹਿਬ ਨੇ ਜਿਹੜੀਆਂ ਸ਼ੰਕਾਵਾਂ ਕੀਤੀਆਂ ਮੈਂ ਉਹਦੇ ਨਾਲ ਸਹਿਮਤ ਨਹੀਂ ਹੈਗਾ। ਸਭ ਤੋਂ ਪਹਿਲੀ ਗੱਲ ਹੈ ਕਿ ਪਾਲਿਸੀ ਲਿਆਂਦੀ ਕਿਉਂ ਗਈ ਹੈ, ਸਾਨੂੰ ਇਸ ਚੀਜ਼ ਦੇ ਉੱਤੇ ਵਿਚਾਰ ਕਰਨਾ ਚਾਹੀਦਾ। ਹਜੇ ਪਾਲਿਸੀ ਦੇ ਬਾਰੇ ਬਜਟ 'ਚ ਚਰਚਾ ਹੋਈ ਹੈ, ਕਿਉਂਕਿ ਬਜਟ ਜਿਹੜਾ ਹੁੰਦਾ ਉਸ ਕਿਸੇ ਇੱਕ ਮਹਿਕਮੇ ਦਾ ਨਹੀਂ ਹੁੰਦਾ। ਟਰਾਂਸਪੋਰਟ ਦਾ ਬਜਟ ਸਾਰੇ ਮਹਿਕਮਿਆਂ ਦਾ ਹੁੰਦਾ ਹੈ। ਸੋ ਫਾਈਨਾਂਸ ਮਿਨਿਸਟਰ ਕੋਲ ਪੂਰਾ ਰਾਈਟ ਹੈ that represents all। finance minister is considered as the mother of all departments। ਉਹਨੇ ਕੋਲੋਂ ਹੀ ਸਾਰਿਆਂ ਨੇ ਪੈਸੇ ਲੈਣੇ, ਉਹ ਇਹਦਾ ਜ਼ਿਕਰ ਕਰ ਸਕਦੀ ਹੈ। ਪਹਿਲੀ ਗੱਲ ਤਾਂ ਮੈਂ ਕਹਾਂਗਾ। ਦੂਸਰੀ ਗੱਲ ਜਿਹੜੀ ਇਹਨਾਂ ਨੇ ਕਹੀ ਹੈ ਕਿ ਸਭ ਤੋਂ ਪਹਿਲੇ ਸਾਡੇ ਤੇ ਬੋਝ ਹੈਗਾ, ਸਾਡੇ ਤੇ ਵੀ ਹੈ, ਤੁਹਾਡੇ ਤੇ ਵੀ ਹੈ, ਵਿਗ ਸਾਹਿਬ ਤੇ ਵੀ ਹੈਗਾ, ਸਸਟੇਨੇਬਲ ਡਿਵੈਲਪਮੈਂਟ ਦਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ what is the meaning of a sustainable development? sustainable development ਦਾ ਮਤਲਬ ਇਹ ਹੈ ਕਿ ਤੁਸੀਂ ਪ੍ਰੈਜ਼ੈਂਟ ਜਨਰੇਸ਼ਨ ਬਾਰੇ ਨਹੀਂ ਸੋਚਣਾ, ਆਉਣ ਵਾਲੀਆਂ ਜਿਹੜੀਆਂ 5 ਜਨਰੇਸ਼ਨਸ ਹੈ ਉਹਦੇ ਬਾਰੇ ਸੋਚਣਾ। ਸਿਰਫ ਇਕੱਲੇ ਸਰਕਾਰ ਦੀ ਨਹੀਂ, ਸਾਡੀ ਵੀ ਜ਼ਿੰਮੇਵਾਰੀ ਹੈ, ਉਸ ਮੁਲਕ ਦੇ ਲੋਕਾਂ ਦੀ, ਉਸ ਮੁਲਕ ਦੇ ਜਿਸ ਮੁਲਕ ਦੀ ਵੀ ਸਰਕਾਰ ਇਹ ਕਰ ਰਹੀ ਹੈ। ਔਰ এনवायरमेंट ਜਿਹੜਾ ਹੈ ਅੱਜ ਦੀ ਡੇਟ ਦੇ ਵਿੱਚ ਸਭ ਨੂੰ ਪਤਾ ਹੈ, ਦੱਸਣ ਦੀ ਲੋੜ ਨਹੀਂ ਹੈ। ਮਹੀਨੇ ਦਾ ਲਾਕਡਾਊਨ ਲੱਗਾ ਸੀਗਾ, ਸਾਨੂੰ ਸ਼ਿਮਲੇ ਦੇ ਆਪਣਾ ਮਾਫ ਕਰਨਾ ਜੀ, ਇੱਧਰ ਲਾਗੇ ਤੱਕ ਦੇ ਪਹਾੜ ਨਜ਼ਰ ਆਉਣੇ ਸ਼ੁਰੂ ਹੋ ਗਏ। that clearly indicates ਕਿ ਅਸੀਂ এনवायरमेंट ਦਾ ਕੀ ਹਾਲ ਕਰ ਦਿੱਤਾ ਹੈ। ਜਦੋਂ ਮੈਂ ਅਸੀਂ ਕਹਿ ਰਿਹਾ ਉਹਦੇ 'ਚ ਸਾਰੇ ਹੀ ਹੈ, ਇੱਕ ਮੈਂ ਪੋਲੀਟੀਕਲ ਗੱਲ ਨਹੀਂ ਕਰ ਰਿਹਾ। ਅਸੀਂ ਇਨਕਲੂਡਸ A, B, C, D ਐਂਡ ਐਵਰੀ ਸੈਕਟਰ। ਹੁਣ ਸਵਾਲ ਹੈ ਕਿ ਪਾਲਿਸੀ ਕੀ ਹੈ। ਪਾਲਿਸੀ ਦਾ ਜਿਹੜਾ ਇੰਟੈਂਸ਼ਨ ਹੈ ਉਹ ਸਸਟੇਨੇਬਲ ਡਿਵੈਲਪਮੈਂਟ ਹੈ, ਔਰ ਸਸਟੇਨੇਬਲ ਡਿਵੈਲਪਮੈਂਟ ਹਰ ਖੇਤਰ ਹਰ ਬੰਦੇ ਦੀ ਜ਼ਿੰਮੇਵਾਰੀ ਹੈ। ਜਿਹੜੇ ਸਾਰੇ ਪ੍ਰੋਗਰਾਮ ਦੇਖ ਰਹੇ ਹੈ ਉਹਨਾਂ ਦੀ ਵੀ ਜ਼ਿੰਮੇਵਾਰੀ ਹੈ, ਇਕੱਲੇ ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ ਹੈ। ਪਹਿਲਾ ਪੁਆਇੰਟ ਹੈ। ਦੂਸਰਾ ਪੁਆਇੰਟ ਪਾਲਿਸੀ ਹੈ ਕਿ ਜਿਹੜਾ ਵਹੀਕਲ 15 ਸਾਲ ਜਾਂ 20 ਸਾਲ ਹਜੇ ਕੈਟੇਗਰੀਜ਼ ਕਰਨੀ ਹੈ ਡਿਫਾਈਨ ਚੱਲ ਸਕੇਗਾ, ਉਹਦਾ ਇੱਕ ਫਿਟਨੈਸ ਟੈਸਟ ਹੋਏਗਾ। ਫਿਟਨੈਸ ਟੈਸਟ ਤੋਂ ਬਾਅਦ ਜੇ ਉਹ ਪਾਸ ਹੁੰਦਾ ਹੈ ਤਾਂ ਉਸ ਨੂੰ ਅੱਗੇ ਚੱਲਣ ਦੀ ਆਗਿਆ ਹੋਏਗੀ। ਕਿਤੇ ਉਹਨੂੰ ਕਿਹਾ ਜਾਏਗਾ ਕਿ ਤੂੰ ਆਪਣਾ ਵਹੀਕਲ ਚੇਂਜ ਕਰ ਲੈ, ਇਹ ਪੋਲਿਊਸ਼ਨ ਦੇ ਰਿਹਾ ਹੈਗਾ। ਹੁਣ ਇਹ ਜਿਹੜੀ ਹੈਗੀ 15 ਸਾਲ ਬਾਅਦ ਉਹਦਾ ਟੈਸਟ ਹੋਏਗਾ ਕਿ ਉਹ ਰੋਡ ਤੇ ਰਹਿ ਸਕਦਾ ਹੈ ਜਾਂ ਨਾ ਰੋਡ ਤੇ ਰਹਿ ਸਕਦਾ ਜਾਂ ਇਹਦੇ ਕੀ ਕਮੀਆਂ ਪੇਸ਼ੀਆਂ ਉਹਦੀ ਡਿਟੇਲਸ ਹੋਵੇ। ਜਿਹੜਾ ਕਿੰਨੀ ਉਹ ਫਿਰ ਲੰਬਾ ਕਿੰਨੀ ਦੇਰ ਉਹ ਫਿਟਨੈਸ ਲਈ ਰਹਿ ਸਕਦਾ। ਪਹਿਲੀ ਗੱਲ ਇਹ ਹੈ ਵੱਧ ਤੋਂ ਵੱਧ 5 ਸਾਲ ਹੋ ਰਹਿ ਸਕਦਾ, ਮਤਲਬ 15 ਤੋਂ 20 ਦਾ ਗੈਪ, 15 ਤੋਂ 20 ਦਾ ਗੈਪ, 20 ਮਤਲਬ ਲਾਸਟ ਸਟੇਜ ਹੈ ਕਿ 20 ਸਾਲ ਤੋਂ ਬਾਅਦ 20 ਸਾਲ ਵਹੀਕਲ ਹੈ ਮੈਂ ਉਹੀ ਕਹਿ ਉਹ ਨਹੀਂ ਰਿਹਾ ਚੱਲੇਗਾ। ਇਹ ਜਿਹੜਾ ਆਮ ਤੌਰ ਤੁਹਾਡਾ ਤੇ ਇਹ ਕਹਿਣਾ ਇਹੀ ਸਾਡੀ ਕੋਈ ਵਹੀਕਲ ਜਿਹੜਾ ਨਹੀਂ ਉਹਦਾ ਤਾਂ ਕੁਝ ਨਹੀਂ ਹੈ। ਉਹਦੇ ਵਿੱਚ ਕੈਟਾਗਰਾਈਜ਼ ਕੀਤਾ ਹੋਇਆ ਇਹਨਾਂ ਨੇ ਕਿ ਕਿਹੜੇ ਵਹੀਕਲ ਜਿਹੜੇ ਹੈਗੇ ਕਿਸ ਤਰੀਕੇ ਨਾਲ ਚੱਲਣਗੇ, ਉਹ ਕਿੰਨੀ ਜਿਹੜੀ ਫੀਸ ਆ ਉਹਨਾਂ ਨੂੰ ਬੀਅਰ ਕਰਨੀ ਪਏਗੀ। ਠੀਕ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਫਿਟਨੈਸ ਟੈਸਟ ਜਿੱਦਾਂ ਨੇ ਕਿ ਡਿਟੇਲ ਆਣੀ ਹੈ, ਕੈਟਾਗਰੀਜ਼ ਆਣੀ ਹੈ। ਗੱਲ ਕੀਤੀ ਗਈ ਕਿ ਉਹਦੇ ਨਾਲ ਅਨਇੰਪਲੋਇਮੈਂਟ ਆ ਜਾਏਗੀ, ਇਹ ਆ ਜਾਏਗਾ, ਜੋ ਸ਼ੰਕਾਵਾਂ ਪੈਂਦੀਆਂ। ਮੈਂ ਸ਼ੰਕਾਵਾਂ ਤੇ ਨੂੰ ਠੀਕ ਮੰਨਦਾ ਕਿ ਚਲੋ ਇਹਨਾਂ ਨੇ ਰੇਜ਼ ਕੀਤੀਆਂ, ਪਰ ਗੱਲ ਉੱਥੇ ਆ ਜਾਂਦੀ ਹੈ ਕਿ ਕੋਈ ਵੀ ਗਵਰਨਮੈਂਟ ਦੀ ਪਾਲਿਸੀ ਇਫ ਐਂਡ ਬਟਸ ਤੇ ਨਹੀਂ ਚੱਲਦੀ। ਸਵਾਲ ਹੈ ਕਿ ਅਸੀਂ এনवायरमेंट ਨੂੰ ਪ੍ਰੋਟੈਕਟ ਕਰਨਾ ਹੈ ਤੇ ਕਰਨਾ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ 10 ਸਾਲ ਕੋਈ ਗੱਡੀ ਚੱਲ ਜਾਂਦੀ ਹੈ, ਕਮਰਸ਼ੀਅਲ ਛੱਡ ਕੇ ਅਸੀਂ ਨਾਨ ਕਮਰਸ਼ੀਅਲ ਵਹੀਕਲ ਦੀ ਗੱਲ ਚੱਲੀਏ, ਜਾਂ 15 ਸਾਲ ਚੱਲ ਜਾਂਦੀ ਹੈ, ਉਹ ਵੈਸੇ ਵੀ ਫਿੱਟ ਨਹੀਂ ਰਹਿੰਦੀ, ਉਹ ਚਿੱਟਾ ਹਾਥੀ ਬਣ ਜਾਂਦੀ ਹੈ। ਹੁਣ ਜਿਹੜੇ ਕਮਰਸ਼ੀਅਲ ਵਹੀਕਲ ਚੱਲਦੇ ਨੇ, ਤੁਸੀਂ ਇਹ ਦੇਖੋ ਕਿ ਅਰਬਨ ਪੋਲਿਊਸ਼ਨ ਜਿਹੜਾ ਹੈ 6% ਵਹੀਕਲ ਪੋਲਿਊਸ਼ਨ ਕਿਹਾ ਜਾਂਦਾ ਮੰਨਦਾ ਹੈ। ਜਿਹੜੇ ਮੋਸਟਲੀ ਪੁਰਾਣੇ ਹੀ ਵਹੀਕਲਸ ਤੋਂ ਜ਼ਿਆਦਾ ਪੋਲਿਊਸ਼ਨ ਹੁੰਦਾ, ਔਰ ਇਹ ਪਾਲਿਸੀ ਇੰਟਰਨੈਸ਼ਨਲ ਪਾਲਿਸੀ ਹੈ, ਕੋਈ ਇੰਡੀਆ ਦੀ ਨਹੀਂ ਹੈ। ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਡਿਮਾਂਡ ਵਧੇਗੀ, ਜਿਹੜੀ ਆਪਾਂ ਕੀ ਕਰਦੇ ਹਾਂ ਕਿ ਮੇਨਟੇਨੈਂਸ ਕਾਸਟ ਨਹੀਂ ਦੇਖਦੇ, ਅਸੀਂ ਕੀ ਕਰਦੇ ਹਾਂ ਕਿ ਨਵੇਂ ਸ਼ੌਕਰ ਪਵਾਉਂਦੇ ਹੀ ਨਹੀਂ, ਗੱਡੀ ਨਵੀਂ ਠੀਕ ਕਰਦੇ ਹੀ ਨਹੀਂ, ਉਹ ਪੁਰਾਣੀ ਚਲਾਈ ਜਾਂਦੇ ਆ। ਜੇ ਅਸੀਂ ਦੀ ਮੇਨਟੇਨੈਂਸ ਕਾਸਟ ਦੇਖੀਏ ਤਾਂ ਹੋ ਸਕਦਾ ਕਿ ਨਵਾਂ ਵਹੀਕਲ ਸਸਤਾ ਹੋਵੇ। ਸੋ ਮੇਰਾ ਇਹ ਮੰਨਣਾ ਹੈ ਕਿ ਇਸ ਦੇ ਨਾਲ ਕੋਈ ਅਨਇੰਪਲੋਇਮੈਂਟ ਨਹੀਂ ਆਉਣ ਲੱਗੀ, ਕਿਉਂਕਿ 20 ਸਾਲ ਇੱਕ ਸਫੀਸ਼ੀਐਂਟ ਟਾਈਮ ਹੈ, ਬੜਾ ਸੋਚ ਸਮਝ ਕੇ ਤਿਆਰ ਕੀਤਾ ਗਿਆ ਹੈ ਟਾਈਮ ਹੈ।
ਕੋਈ ਘੱਟ ਟਾਈਮ ਨਹੀਂ ਹੈ। ਇਹ ਹੋਇਆ ਨਹੀਂ ਕਿ ਅੱਜ ਵਹੀਕਲ ਕੀਤਾ ਤੇ 5 ਸਾਲ ਬਾਅਦ ਸਕ੍ਰੈਪ ਹੋ ਜਾਣਾ ਹੈ। ਔਰ ਇਹ ਪਾਲਿਸੀ ਦੀ ਹਜੇ ਸਿਰਫ ਗੱਲ ਹੋਈ ਹੈ, ਉਹਦੀਆਂ ਵਾ ਸ਼ੰਕਾਵਾਂ ਕਰ ਦੇਣੀਆਂ ਪਹਿਲੇ ਹੀ ਵੀ ਇਹ ਠੀਕ ਨਹੀਂ ਹੈ, ਇਹ ਗਲਤ ਨਹੀਂ ਹੈ, ਤਰਾਹੀ ਮਚ ਜਾਊਗੀ। ਦਿਸ ਇਜ਼ ਨਾਟ ਅ ਰਾਈਟ ਥਿੰਗ। ਸਾਨੂੰ ਇਹ ਸੋਚਣਾ ਚਾਹੀਦਾ ਹੈ ਜੇ ਪਾਲਿਸੀ ਦੀ ਡਿਟੇਲਸ ਆਣੇ ਹੈ, ਆਪਾਂ ਇੱਥੇ ਬੈਠੇ ਹਾਂ, ਆਪਾਂ ਇੱਥੇ ਇਹ ਵਿਚਾਰ ਕਰੀਏ ਕਿ ਪਾਲਿਸੀ ਕਿੱਦਾਂ ਵਧੀਆ ਹੋ ਸਕਦੀ ਹੈ, ਕਿਉਂਕਿ ਹਜੇ ਪਾਲਿਸੀ ਬਣੀ ਨਹੀਂ ਹੈ, ਉਹਦਾ ਸਿਰਫ ਵਿਚਾਰ ਹੋਇਆ ਹੈ। ਔਰ ਪਹਿਲੇ ਆਪਾਂ ਵਿਰੋਧ ਸ਼ੁਰੂ ਕਰ ਦਈਏ ਕਿਉਂਕਿ ਮੋਦੀ ਸਰਕਾਰ ਨੇ ਲਿਆਂਦੀ ਹੈ ਜਾਂ ਇੱਕ ਪਰਟੀਕੂਲਰ ਸਰਕਾਰ ਨੇ ਲਿਆਂਦੀ ਹੈ, ਉਹ ਬਿਲਕੁਲ ਠੀਕ ਨਹੀਂ ਹੈ। ਆਪਾਂ ਨੂੰ ਸੁਜੈਸ਼ਨਸ ਦੇਣੀਆਂ ਚਾਹੀਦੀਆਂ। ਜੀ ਮੈਂ ਤੁਹਾਡੀ ਗੱਲ ਇੱਥੇ ਰੋਕਣਾ ਚਾਹਾਂਗਾ। ਇਸ ਜਿਹੜਾ ਮਸਲਾ ਪ੍ਰੋਗਰਾਮ ਦਾ ਜਿਹੜਾ ਮਕਸਦ ਹੈ ਉਹ ਕਿਸੇ ਵੀ ਸਰਕਾਰ ਦੀ ਬਿਨਾਂ ਵਜ੍ਹਾ ਆਲੋਚਨਾ ਕਰਨਾ ਜਾਂ ਬਿਨਾਂ ਵਜ੍ਹਾ ਕਿਸੇ ਪਾਲਿਸੀ ਦੀ ਜਿਹੜੀ ਮੁਲਕ ਦੇ ਹਿੱਤ ਨੂੰ ਸੋਚ ਕੇ ਲਿਆਂਦੀ ਹੈ ਉਹਦਾ ਕ੍ਰਿਟਿਸਿਜ਼ਮ ਕਰਨਾ ਨਹੀਂ ਹੈ। ਜਿਸ ਤਰ੍ਹਾਂ ਤੁਸੀਂ ਹੁਣੇ ਜ਼ਿਕਰ ਕੀਤਾ ਵੀ ਹਲੇ ਪਾਲਿਸੀ ਆਈ ਹੈ, ਮੈਨੂੰ ਇਹ ਪਹਿਲਾਂ ਤਾਂ ਇਹ ਸਪਸ਼ਟ ਹੋਣਾ ਚਾਹੀਦਾ ਹੈ ਵੀ ਕੀ ਪਾਲਿਸੀ ਆਉਣ ਤੋਂ ਪਹਿਲਾਂ ਚਰਚਾ ਹੋਣੀ ਚਾਹੀਦੀ ਹੈ ਕਿ ਪਾਲਿਸੀ ਆਉਣ ਤੋਂ ਬਾਅਦ ਚਰਚਾ ਹੋਣੀ ਚਾਹੀਦੀ ਹੈ ਅੱਗੇ, ਕਿਉਂਕਿ ਅਸੀਂ ਇਸ ਵੇਲੇ ਮੁਲਕ ਜਿਹੜਾ ਸਾਡਾ ਇਸ ਵੇਲੇ ਇੱਕ ਬਹੁਤ ਵੱਡੇ ਕ੍ਰਾਈਸਿਸ ਚੋਂ ਲੰਘ ਰਿਹਾ ਹੈ ਜਿਹਦੇ ਉੱਤੇ ਗੱਲ ਇਹ ਹੋ ਰਹੀ ਹੈ ਵੀ ਜਿਹੜੀ ਪਾਲਿਸੀ ਲਿਆਂਦੀ ਗਈ ਹੈ ਉਹਦੇ ਉੱਤੇ ਚਰਚਾ ਹੀ ਨਹੀਂ ਕੀਤੀ ਗਈ, ਬਾਅਦ 'ਚ ਚਰਚਾ ਕੀਤੀ ਜਾਂਦੀ ਹੈ। ਆਮ ਤੌਰ ਤੇ ਅਮਰੀਕਨ ਸਿਸਟਮ ਵੀ ਇਹੀ ਹੈ। ਅਮਰੀਕਾ ਦੇ ਵਿੱਚ ਵੀ ਇਹ ਕਹਿੰਦੇ ਕਿ ਲਾਅ ਲੈ ਆਓ, ਬਾਅਦ 'ਚ ਜਿਹੜਾ ਉਹ ਜਿਹੜਾ ਬਾਰਗੇਨਸ ਕਰਕੇ। ਸੋ ਮੈਂ ਇੱਥੇ ਜਾਣਾ ਚਾਹਨਾ ਮੈਂ ਇੱਥੇ ਜਾਣਾ ਨਹੀਂ, ਸਮਝ ਇਸ਼ਾਰਾ ਤੁਹਾਡਾ ਨਹੀਂ ਮੈਂ ਲੇਕਿਨ ਅੱਜ ਕੱਲ੍ਹ ਇੱਕ ਟ੍ਰੈਂਡ ਬਣ ਗਿਆ ਹੈ ਕਿ ਜਿਹੜੀ ਪਾਲਿਸੀ ਆਈ ਉਹਦਾ ਪਹਿਲੇ ਵਿਰੋਧ ਸ਼ੁਰੂ ਕਰ ਦਿਓ। ਨਹੀਂ ਅਸੀਂ ਇਹ ਵਿਰੋਧ ਦੀ ਗੱਲ ਨਹੀਂ। ਮੈਂ ਹੁਣ ਜਿਸ ਤਰ੍ਹਾਂ ਤੁਸੀਂ ਹੁਣੇ ਜ਼ਿਕਰ ਕੀਤਾ ਬਈ ਜਿਸ ਵੇਲੇ ਇਹ ਤੁਹਾਡਾ ਹੈਗਾ ਸੀ ਕੋਵਿਡ ਦੀ ਜਿਹੜੀ ਲਾਕਡਾਊਨ ਸ਼ੁਰੂ ਹੋਇਆ ਹੈਗਾ ਜੀ, ਉਹ ਸਾਨੂੰ ਧਰਮਸ਼ਾਲਾ ਦੇ ਪਹਾੜ ਦਿਖ ਰਹੇ ਸੀ। ਨਾਲ ਹੀ ਤੁਸੀਂ ਇੱਕ ਜ਼ਿਕਰ ਕੀਤਾ ਕਿ ਜਿਹੜਾ 에ਅਰ ਪੋਲਿਊਸ਼ਨ ਜਿਹੜਾ ਹੈਗਾ, ਜਿਹੜਾ ਮਤਲਬ ਤੁਸੀਂ ਜ਼ਿਕਰ ਇਹਦਾ ਕੀਤਾ ਹੈ ਵਹੀਕਲਸ ਦਾ ਕਿ ਉਹ 6% ਹੈ। 6% ਬਹੁਤ ਵੱਡੀ ਤਾਦਾਦ ਹੁੰਦੀ ਹੈ। ਮੈਂ ਆਪਣੀ ਗੱਲ ਪੂਰੀ ਹੁੰਦਾ ਨਾ, ਤੁਸੀਂ ਮੇਰੇ ਕਹਿਣ ਦਾ ਮਤਲਬ ਹੈ ਕਿ ਵੱਡੀ ਤਾਦਾਦ ਦੇ ਵਿੱਚ ਜਿਹੜਾ ਪੋਲਿਊਸ਼ਨ ਹੈ ਉਹ ਤਾਂ ਇੰਡਸਟਰੀ ਤੋਂ ਕ੍ਰੀਏਟ ਹੋ ਰਿਹਾ। ਇੰਡਸਟਰੀ ਅੱਛਾ, ਮੈਂ ਇਹ ਕਹਿਣਾ ਚਾਹੁੰਦਾ ਕਿ ਜਿਸ ਵੇਲੇ ਸਕ੍ਰੈਪ ਪਾਲਿਸੀ ਆ ਜਾਏਗੀ, ਸਕ੍ਰੈਪ ਪਾਲਿਸੀ ਦਾ ਮਤਲਬ ਜੇ ਸਧਾਰਨ ਕੋਈ ਨਾਗਰਿਕ ਲਏਗਾ ਤਾਂ ਉਹ ਤਾਂ ਕਹੇਗਾ ਜੀ ਵੀ ਜਿਹੜੀਆਂ 20 ਸਾਲ ਪੂਰੀਆਂ ਹੋ ਜਾਣੀਆਂ ਕਾਰਾਂ ਉਹਨਾਂ ਨੇ ਇੰਜ ਪ੍ਰੈਸ ਕਰਕੇ ਤੇ ਦੁਬਾਰਾ ਤੋਂ ਜਿਹੜਾ ਉਹਨਾਂ ਨੂੰ ਰੀਸਾਈਕਲਿੰਗ ਲਈ ਭੇਜ ਕਰਨੀ। ਬਿਲਕੁਲ ਜਦੋਂ ਤੁਸੀਂ ਕੁਝ ਗੱਡੀਆਂ ਉੱਥੋਂ ਲਾਉਣਗੇ, ਵੇਖ ਸਾਹਿਬ ਮੈਂ ਤੁਹਾਡੇ ਕੋਲ ਪੁੱਛਣਾ ਚਾਹੂੰਗਾ ਕਿ ਜਿਸ ਵੇਲੇ ਤੁਸੀਂ ਉਹ ਗੱਡੀ ਨੇ ਰੀਸਾਈਕਲਿੰਗ ਲਈ ਜਾਣਾ ਹੈ, ਉਸ ਲੋਹੇ ਨੇ ਜਿਹਦੀ ਉਹ ਬਣੀ ਹੋਈ ਹੈ, ਤੇ ਉਸ ਲੋਹੇ ਨੇ ਜਦੋਂ ਉਸ ਇੰਡਸਟਰੀ 'ਚ ਜਾ ਕੇ ਰੀਸਾਈਕਲ ਹੋਣਾ, ਜਿਹੜਾ ਆਇਰਨ ਮੈਲਟਿੰਗ ਦਾ ਜਿਹੜਾ ਕੰਮ ਹੈ ਉਹ ਸਭ ਤੋਂ ਵੱਡਾ ਪੋਲਿਊਸ਼ਨ ਕ੍ਰੀਏਟ ਕਰਦਾ ਹੈ। ਸਰ ਇਹਦੇ 'ਚ ਦੋ ਚੀਜ਼ਾਂ ਤਾਂ ਉਹ ਜਿਹੜਾ ਤੁਸੀਂ ਮੈਨੂੰ ਲੱਗਦਾ ਕਿ ਸਰਕਾਰ ਜਿਹੜੀ ਕੱਲੀ ਪੋਲਿਊਸ਼ਨ ਨੂੰ ਲੈ ਕੇ ਮੈਨੂੰ ਲੱਗਦਾ ਕਿ ਇਹਦੇ ਨਾਲ ਸ਼ਾਇਦ ਸਰਕਾਰ ਜਿਹੜੀ ਹੈ ਸੜਕ ਸੁਰੱਖਿਆ ਨਾਲ ਲੈ ਕੇ ਕੋਈ ਗੱਲ ਕਰ ਸੋਚਦੀ ਹੋਵੇ, ਪਾਲਿਸੀ 'ਚ ਕਿਤੇ ਹੋਵੇ, ਫਿਰ ਤਾਂ ਮੰਨਣ ਜੋ ਗੱਲ ਹੈ। ਪਰ ਜੇ ਤੁਸੀਂ ਕਹੋ ਵੀ ਕੱਲੀ ਇਹਦੇ ਨਾਲ ਪੋਲਿਊਸ਼ਨ ਨੂੰ ਰੋਕਣਾ ਹੈ ਤੇ ਜਿੰਨਾ ਤੁਸੀਂ ਸੜਕ ਤੋਂ ਲਾਉਣਾ ਵਹੀਕਲ ਉਹਨਾਂ ਸੜਕ ਤੇ ਲਿਆਉਣਾ ਵੀ ਤਾਂ ਤੁਸੀਂ ਹੈਗਾ ਨਾ, ਉਹਨੇ ਬਣਨਾ ਵੀ ਤਾਂ ਹੈਗਾ ਕਿ ਜਿਹੜਾ ਰੀਸਾਈਕਲ ਜਿਹੜਾ ਬੇਸਿਕਲੀ ਹੈਗਾ ਫਿਰ ਉਹ ਤੇ এনवायरमेंट ਜਿਹੜੀ ਸਟੱਡੀ ਹੈ ਨਵਜੋਤ ਜੀ ਨੇ ਆਪ ਕਿਹਾ ਕਿ 6% ਔਰ ਮੰਤਰੀ ਸਾਹਿਬਾਂ ਨੇ ਵੀ ਜਿਹੜਾ ਹੈਗਾ ਆਪਣੇ ਹਾਊਸ ਦੇ ਜਦੋਂ ਪ੍ਰੈਜੈਂਟੇਸ਼ਨ ਵਿੱਚ ਕਿ 6% ਜਿਹੜਾ ਵਹੀਕਲ ਪੋਲਿਊਸ਼ਨ ਹੈਗਾ ਉਹ ਕੰਟਰੀਬਿਊਟ ਕਰਦਾ ਟੋਟਲ 100% ਸ਼ੇਅਰ ਦੇ ਵਿੱਚੋਂ। ਹੁਣ ਨਾਲ ਹੀ ਉਹ ਕਹਿੰਦੇ ਕਿ ਜਿਹੜੇ 20 ਸਾਲ ਪੁਰਾਣੇ ਵਹੀਕਲ ਆਲਰੇਡੀ ਹੈਗੇ ਆ ਉਹ ਸਿਰਫ 2% ਜਿਹੜੇ ਹੈਗੇ ਆ ਟੋਟਲ ਨੰਬਰ ਆਫ ਦੀ ਵਹੀਕਲਸ ਜੀ ਜਿਹੜੇ ਸੜਕ ਤੇ ਚੱਲਦੇ ਆ। ਇਹ ਵੀ ਬੜੀ ਅਹਿਮ ਗੱਲ ਹੈ। ਸਿਰਫ 2% 98% ਵਹੀਕਲਸ ਨੂੰ ਟੱਚ ਨਹੀਂ ਕਰਦੇ ਇਸ ਪਾਲਿਸੀ, ਸਿਰਫ 2% ਵਹੀਕਲਸ ਨੇ ਜੋ ਉਹਨਾਂ ਦਾ ਕਹਿਣਾ ਹੈ ਜੀ। ਹੁਣ ਉਹ 2% ਜਿਹੜੇ ਵਹੀਕਲ ਹੈਗੇ ਉਹ 6% ਕਿੰਨਾ ਸ਼ੇਅਰ ਪਾਉਂਦੇ ਆ, ਸਰਕਾਰ ਸਪਸ਼ਟ ਨਹੀਂ ਹੈਗਾ, ਸਪਸ਼ਟ ਨਹੀਂ ਹੈਗਾ। ਉਹ 2% ਦੇ ਵਹੀਕਲ ਹੈਗੇ ਤਾਂ ਸੜਕ ਦੇ ਵਿੱਚ ਜਿਹੜੀ ਹੈਗੀ ਜੇ ਕੰਜੈਸ਼ਨ ਦੀ ਗੱਲ ਕਰਦੇ ਆ, ਉਹ ਕੰਜੈਸ਼ਨ ਨੂੰ ਪੂਰਾ ਉਹਨਾਂ ਦੇ ਕਰਕੇ ਨਹੀਂ ਹੈਗਾ, 98% ਜਿਹੜੇ ਬਾਕੀ ਹੈਗੇ ਉਹਨਾਂ ਦੇ ਕਰਕੇ ਹੈਗਾ। ਪਹਿਲੀ ਗੱਲ ਤਾਂ 2% ਵਹੀਕਲ ਨਹੀਂ ਹੈਗੇ, ਜ਼ਿਆਦਾ ਨਹੀਂ ਤੁਹਾਡੇ ਸਾਹਮਣੇ, ਜ਼ਿਆਦਾ ਕਾਫੀ ਜ਼ਿਆਦਾ ਜਿਹੜੇ ਹੈਗੇ ਆ ਜਿਹੜੀ ਗਿਣਤੀ ਹੈਗੀ ਤਕਰੀਬਨ 25-30% ਗਿਣਤੀ ਹੈਗੀ ਹੈ। ਹੁਣ ਜਿਹੜੀ ਰੀਸਾਈਕਲਿੰਗ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਵਿੱਚ ਕੱਲਾ ਮੈਟਲ ਨਹੀਂ ਹੈ, ਉਹਦੇ ਪਲਾਸਟਿਕ ਵੀ ਹੈ, ਉਹ ਚ ਪਲਾਸਟਿਕ ਵੀ ਹੈ, ਉਹ ਚ ਇਲੈਕਟ੍ਰੋਨਿਕ ਬਹੁਤ ਕਚਰਾ ਵੀ ਹੈ, ਜਿਹੜਾ ਇਲੈਕਟ੍ਰੋਨਿਕ ਵੀ ਹੈ ਜਿਹੜਾ ਖਤਮ ਹੀ ਨਹੀਂ ਹੁੰਦਾ, ਕਾਫੀ ਸਾਰਾ ਇਹੋ ਜਿਹਾ ਕਚਰਾ ਹੈ। ਜੇ ਉਹਨੂੰ ਰੀਸਾਈਕਲ ਕਰਨ ਚ ਵੀ ਜਾਣੇ ਜਿੰਨਾ ਪੋਲਿਊਸ਼ਨ ਹੈ ਬਚਾਉਣ ਦਾ, ਸ਼ਾਇਦ ਉਹ ਮੈਨੂੰ ਲੱਗਦਾ ਕਿ ਸ਼ਾਇਦ 20 ਸਾਲ ਵਾਲੇ ਵਹੀਕਲ ਚੋਂ ਸ਼ਾਇਦ ਨਹੀਂ ਮਿਲੇਗਾ ਜਿਹੜਾ ਇਲੈਕਟ੍ਰੋਨਿਕ ਦਾ ਹੈਗਾ, ਕਿਉਂਕਿ ਜਿਹੜਾ ਇੰਟਰੋਡਿਊਸ ਦਾ ਚੀਜ਼ ਹੈ। ਹੁਣ ਜਿਹੜੀ ਬੇਸਿਕ ਜਿਹੜੀ ਚੀਜ਼ ਹੈਗੀ ਹੈ ਇਹਦੀ ਲੋੜ ਕੀ ਹੈ, ਲੋੜ ਹੈ ਨਹੀਂ ਹੈ। ਦੇਖੋ ਸਕ੍ਰੈਪ ਪਾਲਿਸੀ ਹੋਣੀ ਚਾਹੀਦੀ ਹੈ। ਉਹਦਾ ਰੀਜ਼ਨ ਕੀ, ਜਿਹੜਾ ਵਹੀਕਲ ਚੱਲਦਾ ਉਹ ਕੱਲਾ ਖਤਮ ਨਹੀਂ ਹੁੰਦਾ ਵਹੀਕਲ, ਉਹਦੇ ਵਿੱਚ ਬੈਂਕਰਸ ਦੇ ਪੈਸੇ ਵੀ ਲੱਗੇ ਆ। ਕੱਲ ਨੂੰ ਇਹ ਨਾ ਹੋਏ ਕਿ ਸਕ੍ਰੈਪ ਦੇ ਚੱਕਰ ਦੇ ਵਿੱਚ ਜਿਹੜਾ ਬੈਡ ਡੈਪਟ ਕਰ ਜਾਂਦਾ ਕੋਈ ਬੰਦਾ, ਕਿਤੇ ਇਹ ਹੀ ਨਾ ਹੋਏ ਕਿ ਉਹ ਜਾ ਕੇ ਜਿਹੜੇ ਸਕ੍ਰੈਪ ਵਾਲੇ ਜਿਹੜੇ ਡੀਲਰਸ ਆ ਉਹਨਾਂ ਕੋਲ ਗੱਡੀ ਵੇਚਦੇ। ਹੁਣ ਗਵਰਨਮੈਂਟ ਕਹਿੰਦੀ ਗ੍ਰੀਨ ਟੈਕਸ ਲਾਂਗੇ, ਸਾਡੇ ਜਿਹੜੀ ਟੈਕਸੇਸ਼ਨ ਹੈ ਮਲਟੀਪਲ ਤਰ੍ਹਾਂ ਦੀ ਟੈਕਸੇਸ਼ਨ ਹੈ।
ਜਿਹੜਾ ਇੱਕ ਵਹੀਕਲ ਹੈਗਾ, ਜਿਹੜਾ ਵਹੀਕਲ ਓਨਰ ਹੈ, ਉਹ ਕੱਲਾ ਇਨਕਮ ਟੈਕਸ ਪੇ ਨਹੀਂ ਕਰਦਾ। ਸਭ ਤੋਂ ਪਹਿਲਾਂ ਤੇ ਉਹ ਪਰਮਿਟ ਫੀਸ ਪੇ ਕਰਦਾ ਹਰ ਸਾਲ। ਉਹ ਨੈਸ਼ਨਲ ਪਰਮਿਟ ਲਿਆ, ਸਟੇਟ ਪਰਮਿਟ ਲਿਆ ਜਾਂ ਐਂਟਰੀ ਫੀਸ ਵੀ ਪੇ ਕਰਦਾ। ਉਹ ਤੋਂ ਇਲਾਵਾ ਜਿਹੜੇ ਫਿਟਨੈਸ ਦੀ ਗੱਲ ਗਵਰਨਮੈਂਟ ਕਰ ਰਹੀ, ਫਿਟਨੈਸ ਟੈਸਟ ਹੋਏਗਾ ਜਦੋਂ ਬਹੁਤ ਜ਼ਿਆਦਾ ਹਾਈਪ ਦਿੱਤੀ ਜਾ ਰਹੀ ਹੈ, ਉਹ ਆਲਰੇਡੀ ਐਗਜ਼ਿਸਟਿੰਗ ਹੈ। ਆਰਟੀਓ ਦੇ ਵਿੱਚ ਸਾਡੇ ਮੋਟਰ ਵਾਹੀਕਲ ਇੰਸਪੈਕਟਰਸ ਹੈ, ਉਹ ਹਰ ਸਾਲ ਗੱਡੀ ਦੀ ਫਿਟਨੈਸ ਗੱਡੀ ਦੀ ਪਾਸਿੰਗ ਹੀ ਤਾਂ ਹੁੰਦੀ ਹੈ, ਪਾਸਿੰਗ ਹੁੰਦੀ ਹੈ। ਉਹਦੇ ਵਿੱਚ ਜਿਹੜਾ ਪੋਲੂਸ਼ਨ ਚੈੱਕ ਸੈਂਟਰ ਸਾਡੇ ਹੈਗੇ ਆ, ਉਹ ਤਕਰੀਬਨ ਹਰ ਕੁਆਟਰਲੀ 100 ਰੁਪਏ ਦੀ ਫੀਸ ਹੁੰਦੀ ਹੈ ਨਾਰਮਲ ਕਾਰ ਦੀ, ਔਰ ਐਸ ਪਰ ਵਹੀਕਲ ਉਹਦੀ ਕਾਸਟਿੰਗ ਵੱਧਦੀ ਜਾਂਦੀ। ਜੇ ਅਸੀਂ ਕਹਿੰਦੇ ਹਾਂ ਕਿ ਪੋਲੂਸ਼ਨ ਹੁੰਦਾ, ਜਿਹੜੇ ਸਾਡੇ ਪੋਲੂਸ਼ਨ ਦੇ ਸਟੈਂਡਰਡਸ ਹੈ, ਵਾਹੀਕਲ ਸੜਕ ਤੇ ਉਹੀ ਚੱਲਦਾ ਹੈ ਜਿਹੜਾ ਪੋਲੂਸ਼ਨ ਸਰਟੀਫਿਕੇਟ ਲੈਂਦਾ, ਔਰ ਪੋਲੂਸ਼ਨ ਲਗਭਗ ਅਸੀਂ ਹਰ 3 ਮਹੀਨੇ ਬਾਅਦ ਕਰਾਉਣੇ ਸਭ ਆਪਣੀ ਉਹਦੇ ਸਾਡੇ ਕਾਸਟਿੰਗ ਹੈਗਾ, ਅਸੀਂ ਉਹ ਬੇਅਰ ਕਰਦੇ ਹਾਂ। ਪਾਸਿੰਗ, ਪੋਲੂਸ਼ਨ, ਉਸ ਤੋਂ ਬਾਅਦ ਰੋਡ ਟੈਕਸ, ਕੁਆਟਰਲੀ ਰੋਡ ਟੈਕਸ ਔਰ ਈਅਰਲੀ ਰੋਡ ਟੈਕਸ ਇੱਕ ਓਨਰ ਪੇ ਕਰਦਾ। ਟੈਕਸੇਸ਼ਨ ਜਿਹੜੀ ਹੈਗੀ ਹੈ ਮਲਟੀ ਲੇਅਰ ਟੈਕਸੇਸ਼ਨ ਆਲਰੇਡੀ ਟਰਾਂਸਪੋਰਟਰ ਬੀਅਰ ਕਰਦਾ। ਹੁਣ ਉਹਦੇ ਉੱਤੇ ਇੱਕ ਇਹਨਾਂ ਨੇ ਗ੍ਰੀਨ ਟੈਕਸ ਦਾ ਪ੍ਰੋਵੀਜ਼ਨ ਲਿਆਂਦਾ। ਬੇਸਿਕ ਜਿਹੜਾ ਗਵਰਨਮੈਂਟ ਦਾ ਏਮ ਹੈ ਉਹ ਲੋਕਾਂ ਦੀ ਜੇਬ ਚੋਂ ਪੈਸੇ ਕੱਢਣਾ। ਮੈਂ ਕੱਲਾ ਮੋਦੀ ਗਵਰਨਮੈਂਟ ਦੀ ਗੱਲ ਨਹੀਂ ਕਰਦਾ, ਸਟੇਟ ਗਵਰਨਮੈਂਟ ਵੀ ਬਹੁਤ ਸਾਰੀਆਂ ਗਵਰਨਮੈਂਟਸ ਕਰ ਰਹੀਆਂ, ਸਾਰੀਆਂ ਗਵਰਨਮੈਂਟਸ ਜਿਹੜੀਆਂ ਟੈਕਸ ਨੂੰ ਵੱਧ ਤੋਂ ਵੱਧ ਲੈਣਾ ਚਾਹੁੰਦੀਆਂ, ਟੈਕਸ ਲੈਣਾ ਚਾਹੁੰਦੀਆਂ। ਉਹ ਅਨਜਸਟੀਫਾਈਡ ਟੈਕਸ ਜਿਹੜਾ ਹੈਗਾ ਉਹ ਨਹੀਂ ਹੋਣਾ ਚਾਹੀਦਾ, ਉਹ ਨਹੀਂ ਹੋਣਾ ਚਾਹੀਦਾ। ਹੁਣ ਇੱਕ ਬੰਦਾ ਟੋਲ ਵੀ ਪੇ ਕਰ ਰਿਹਾ, ਹੁਣ ਗ੍ਰੀਨ ਟੈਕਸ ਵੀ ਅਸੀਂ ਲਾਤਾ, ਨਾਲ ਹੀ ਗ੍ਰੀਨ ਟੈਕਸ ਫॉर ਵਾਟ? ਜਦ ਉਹਨੇ ਪੋਲੂਸ਼ਨ ਫੀਸ ਜਿਹੜਾ ਹੈਗਾ ਚੈੱਕ ਕਰਾ ਲਿਆ ਔਰ ਪੋਲੂਸ਼ਨ ਓਕੇ ਹੈ, then why should he pay green tax? ਜਿਹੜੀ ਟੈਕਸੇਸ਼ਨ ਹੈਗੀ ਉਹ ਵੀ ਇਹਨਾਂ ਨੂੰ ਦੇਖਣੀ ਚਾਹੀਦੀ। ਜਿਹੜਾ ਵਾਹੀਕਲ ਇਹ ਪਾਲਿਸੀ ਜਿਹੜੀ ਕੱਲੀ ਸਕ੍ਰੈਪ ਦੀ ਪਾਲਿਸੀ ਨਹੀਂ ਹੋਣੀ ਚਾਹੀਦੀ। ਸਾਡੇ ਜਿਹੜਾ ਐਗਜ਼ਿਸਟਿੰਗ ਮੋਟਰ ਵਾਹੀਕਲ ਲਾਅ ਔਰ ਰੂਲਸ ਹੈ ਉਹਨਾਂ ਦੇ ਮੁਤਾਬਕ ਜਿਹੜਾ ਇਹਨਾਂ ਨੂੰ ਮੋਟਰ ਵਹੀਕਲ ਐਕਟ ਦੀ ਅਮੈਂਡਮੈਂਟ ਹੈ ਤੁਸੀਂ ਚਾਹੁੰਦੇ ਹੋ। ਬੇਸਿਕਲੀ ਜਿਹੜਾ ਹੈ ਜਿਹੜਾ ਸਾਡਾ ਮੋਟਰ ਵਹੀਕਲ ਐਕਟ ਹੈ ਉਹ ਆਊਟਡੇਟਡ ਹੋ ਚੁੱਕਾ ਹੈ। ਜਿੱਦਾਂ ਅਸੀਂ ਇੱਕ ਨਾ ਛੋਟੀ ਜਿਹੀ ਗੱਲ ਕਰਦੇ ਹਾਂ ਕਿ ਸਾਡੇ ਇੱਕ ਸਿਸਟਮ ਬਣ ਚੁੱਕਾ, ਹਰ ਚੀਜ਼ ਨੂੰ ਅਮੈਂਡ ਕਰ ਲਓ। ਕੀ ਕਦੀ ਕੋਈ ਟਾਕੀਆਂ ਲੱਗੀ ਪੈਂਟ ਪਾਣੀ ਪਸੰਦ ਕਰਦਾ? ਨਹੀਂ, ਉਹ ਤਾਂ ਹੁਣ ਜੇ ਆਪਾਂ ਕਹੀਏ ਉਹ ਤਾਂ ਆਪਾਂ ਕਹੀਏ ਤੇ ਅੱਜਕੱਲ ਬੱਚੇ ਜਿਹੜੇ ਹੈ ਜੀ ਉਹ ਕੱਟ ਕੇ ਜੀਣਾ ਪੈ ਜਾਂਦੇ ਨੇ। ਨਵਾਂ ਲਾਅ ਦਾ ਤੁਸੀਂ ਨਸ਼ਾ ਨਹੀਂ ਦੇ ਪਾਉਂਦੇ ਅੱਜਕੱਲ ਜਿਹੜੀ ਕਹਿੰਦੇ ਨੇ ਕਾਰਪੋਰੇਟ ਸੈਕਟਰ ਲੱਗਦਾ ਹੈ, ਮੈਨੂੰ ਲੱਗਦਾ ਹੈ ਇਹ ਵੀ ਟ੍ਰੈਂਡ ਚੱਲ ਰਿਹਾ। ਮੈਨੂੰ ਲੱਗਦਾ ਹੈ ਨਵਜੋਤ ਜੀ ਕਿ ਜਿਹੜੀ ਗੱਲ ਵਿਕ ਸਾਹਿਬ ਨੇ ਕੀਤੀ ਸੀ ਨਾ, ਤੁਸੀਂ ਜਿਹਨੂੰ ਸ਼ੁਰੂ ਚ ਕਿਹਾ ਵੀ ਸ਼ੰਕਾਵਾਂ ਵਿਅਕਤ ਨਹੀਂ ਕਰਨੀਆਂ ਚਾਹੀਦੀਆਂ, ਮੈਨੂੰ ਲੱਗਦਾ ਹੈ ਵੀ ਜਿਹੜਾ ਸਰਕਾਰ ਦਾ ਭਾਵ ਹੈ, ਸਰਕਾਰ ਦਾ ਜਿਹੜਾ ਸ਼ੰਕਾਵਾਂ ਸਰਕਾਰ ਦਾ ਜਿਹੜਾ ਪਰ ਐਕਟ ਨੂੰ ਰਿਜੈਕਟ ਨਹੀਂ ਕਰਨਾ ਚਾਹੀਦਾ। ਸ਼ੰਕਾਵਾਂ ਹੈਲਦੀ ਸੁਜੈਸ਼ਨਸ ਦੇਣੀਆਂ ਚਾਹੀਦੀਆਂ। ਰਿਜੈਕਟ ਵੀ ਨਹੀਂ ਕੀਤਾ। ਆਪਣੇ ਪ੍ਰੋਗਰਾਮ ਦਾ ਮਕਸਦ ਹੀ ਹੈ ਕਿ ਆਪਾਂ ਸੁਜੈਸ਼ਨ ਦਈਏ। ਜਿੱਦਾਂ ਉਹਨਾਂ ਨੇ ਹੁਣੇ ਕਿਹਾ ਵੀ ਮੋਟਰ ਵਹੀਕਲ ਐਕਟ ਜਿਹੜਾ ਸਾਡਾ ਉਹ ਲਗਭਗ ਇਸ ਵੇਲੇ ਖਤਮ ਵਰਗਾ ਹੀ ਹੈ, ਉਹਨੂੰ ਨਵੇਂ ਸਿਰੇ ਪਹਿਲਾਂ ਉਹਨੂੰ ਅਮੈਂਡ ਕਰਨਾ ਚਾਹੀਦਾ। ਉਹ 'ਚ ਸਾਰੀਆਂ ਬਹੁਤ ਸਾਰੀਆਂ ਚੀਜ਼ਾਂ ਆ ਸਕਦੀਆਂ। ਪਰ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜਾ ਮੇਰਾ ਇਹ ਸੋਚ ਹੈ ਕਿ ਜਿਸ ਤਰ੍ਹਾਂ ਤੁਸੀਂ ਸ਼ੁਰੂ 'ਚ ਕਿਹਾ, ਜਿਹੜੀ ਸਰਕਾਰ ਹੈ ਉਹਦਾ ਇਹ ਭਾਵ ਤਾਂ ਬਹੁਤ ਅੱਛਾ ਹੈ ਕਿ এনवायरमेंट ਨੂੰ ਠੀਕ ਕਰਨ ਲਈ ਇਹ ਕੀਤਾ ਗਿਆ। ਪਰ ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਕਿ ਅਮਰੀਕਾ ਦੇ ਵਿੱਚ 50 ਸਾਲ ਪੁਰਾਣੀ ਗੱਡੀ ਵੀ ਜਿਹੜੀ ਹੈ ਉਹ ਅੱਜ ਵੀ ਉੱਥੇ ਚੱਲਦੀ ਹੈ। ਉਹਦੀ ਲਾਈਫ ਨਹੀਂ ਫਿਕਸ ਕੀਤੀ ਗਈ। ਉੱਥੇ ਇਹ ਹੈ ਅਮਰੀਕਾ ਜਿੰਨੀ ਪੋਪੂਲੇਸ਼ਨ ਨਹੀਂ ਹੈਗੀ ਜਿੰਨੀ ਇੰਡੀਆ 'ਚ ਹੈਗੀ। ਮੈਂ ਤੁਹਾਨੂੰ 130 ਕਰੋੜ ਲੋਕ ਨਹੀਂ ਹੈਗੇ। ਇਸੇ 2 ਕਿਲੋਮੀਟਰ ਪਤਾ ਹੀ ਲੱਗਦਾ ਉੱਥੇ ਦਾ ਗੱਡੀ ਜਦੋਂ ਵੀ ਉਹ ਤਾਂ ਕਹਿੰਦੇ ਗੱਡੀ ਵੀ ਸ਼ੂਗਰ ਹੈ, ਗੱਡੀ ਵੀ ਅਮਰੀਕਾ ਨੂੰ ਤਾਂ ਸ਼ਾਇਦ ਤੁਸੀਂ ਇਹ ਨਹੀਂ ਕਹਿ ਸਕਦੇ, ਕੈਨੇਡਾ ਨੂੰ ਤਾਂ ਕਹਿ ਸਕਦੇ, ਅਮਰੀਕਾ ਨੂੰ ਸ਼ਾਇਦ ਤੁਸੀਂ ਇਦਾਂ ਨਹੀਂ ਕਹਿ ਸਕਦੇ ਕਿਉਂਕਿ ਅਮਰੀਕਾ ਦੀਆਂ ਬਹੁਤ ਸਾਰੀਆਂ ਸਟੇਟਸ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਓਵਰ ਕਰਾਊਡਡ ਵੀ ਹੈਗੀਆਂ ਨੇ, ਪਰ ਇੰਡੀਆ ਜਿੰਨਾ ਨਹੀਂ ਹੈ। ਤਾਂ ਦੂਸਰੀ ਗੱਲ ਇਹ ਹੈਗੀ ਹੈ, ਮੈਂ ਇਹ ਕਹਿਣਾ ਚਾਹੂੰਗਾ ਵੀ ਜਿਹੜੀ ਜਿੱਦਾਂ ਹੁਣ ਤੁਸੀਂ ਆਪਾਂ ਯੂਕੇ ਦੀ ਗੱਲ ਕਰਦੇ ਹਾਂ, ਯੂਕੇ ਨੇ ਇੰਡਸਟਰੀਲਾਈਜੇਸ਼ਨ ਨੂੰ ਘਟਾਇਆ এনवायरमेंट ਨੂੰ ਲੈ ਕੇ। এনवायरमेंट ਨੂੰ ਕੰਟਰੋਲ, ਸਿਰਫ ਮੇਰੇ ਕਹਿਣ ਦਾ ਮਕਸਦ ਹੈ ਕਿ এনवायरमेंट ਨੂੰ ਕੰਟਰੋਲ ਕਰਨ ਲਈ ਸਿਰਫ ਸਕ੍ਰੈਪ ਪਾਲਿਸੀ ਦਾ ਜਿਹੜਾ ਆਧਾਰ ਲੈਣਾ, ਮੈਨੂੰ ਵੀ ਲੱਗਦਾ ਕਿ ਕਿਤੇ ਉਹ ਸਿਰਫ ਉਹ ਨਹੀਂ ਆਧਾਰ ਉਹਦਾ ਹੋਣਾ ਚਾਹੀਦਾ। ਸੋ ਮੈਂ ਉਹਦੇ ਵਿੱਚ ਤਾਂ ਇੰਡਸਟਰੀ ਗਰੋਥ ਵੀ ਜਿਹੜੀ ਹੈ, ਦੇਖੋ ਜਿਹੜੀ ਅੱਜ ਬਹੁਤ ਸਾਰੇ ਜਿਹੜੇ ਸਾਡੇ ਜਿੱਦਾਂ ਨੇ ਸ਼ੁਰੂ ਚ ਬੇਰੋਜ਼ਗਾਰੀ ਦਾ ਮੁੱਦਾ ਚੁੱਕਿਆ ਸੀ ਵਿਕ ਸਾਹਿਬ ਨੇ। ਵਿਕ ਸਾਹਿਬ ਬੇਰੋਜ਼ਗਾਰੀ ਕਿੱਦਾਂ ਆਏਗੀ ਮੈਨੂੰ ਇਹ ਸਮਝਾਓ ਤੁਸੀਂ ਜਿਹੜੀ ਹੈ। ਮੈਂ ਤੁਹਾਨੂੰ ਕਲੈਰੀਫਾਈ ਕਰਦਾ। ਅੱਜ ਦੀ ਡੇਟ ਦੇ ਵਿੱਚ ਜਿਹੜਾ ਸਾਡਾ ਟਰਾਂਸਪੋਰਟ ਸੈਕਟਰ ਹੈਗਾ ਉਹਦੇ ਵਿੱਚ ਜ਼ਿਆਦਾ ਜਿਹੜੀ ਕੰਟਰੀਬਿਊਸ਼ਨ ਆ, ਜਿਹੜੇ ਕੋਲ ਇੱਕ ਗੱਡੀ ਹੈ, 2 ਗੱਡੀਆਂ ਜਾਂ ਸਮਾਲ ਫਲੀਟ ਜਿਹੜੇ ਓਨਰਸ ਹੈਗੇ ਆ, ਜਦੋਂ ਇੱਕਦਮ ਅਸੀਂ ਉਹਨਾਂ ਨੂੰ ਸੜਕ ਤੋਂ ਆਊਟ ਕਰਾਂਗੇ, ਉਹਨਾਂ ਕੋਲ ਸਮਰੱਥਾ ਨਹੀਂ ਹੈ ਕਿ ਉਹ ਜਿਹੜੀ ਹੈਗੀ ਹੈ, ਨਾ ਹੀ ਉਹਨਾਂ ਨੂੰ ਬੈਂਕ ਲੋਨ ਦਿੰਦਾ, ਕਿਉਂਕਿ ਮੋਸਟਲੀ ਜਿਹੜਾ ਬੈਂਕ ਦੀ ਲੋਨ ਪ੍ਰੋਸੈਸ ਹੈਗਾ ਉਹ ਸਿੰਪਲ ਦੇ ਨਾਲ ਚੱਲਦਾ ਪਿਆ, ਜਾਂ ਬੈਂਕ ਆਪਣਾ ਉਹਨਾਂ ਟਰੈਕ ਰਿਕਾਰਡ ਦੇਖਦਾ। ਇੰਨੀ ਸਾਡੀ ਜਿਹੜੀ ਬੈਂਕਿੰਗ ਹੈਗੀ ਲਿਬਰਲ ਨਹੀਂ ਹੈਗੀ ਕਿ ਗਰਾਊਂਡ ਲੈਵਲ ਤੇ ਇਨਵੈਸਟਮੈਂਟ ਕਰੇ। ਉਹ ਮੋਸਟਲੀ ਡਿਪੈਂਡ ਕਰਦੇ ਪ੍ਰਾਈਵੇਟ ਫਾਈਨੈਂਸਰਸ ਦੇ ਉੱਤੇ, ਠੀਕ ਹੈ ਜੀ। ਔਰ ਇੱਕ ਜਿਹੜੀ ਕਾਸਟਿੰਗ ਹੈਗੀ ਹੈ ਨਿਊ ਵਹੀਕਲਸ ਦੀ, ਉਹ ਬਹੁਤ ਜ਼ਿਆਦਾ ਹਾਈ ਹੈਗੀ ਹੈ। ਇੱਕਦਮ ਜੇ ਅਸੀਂ ਰੂਲ ਆਊਟ ਕਰ ਦਿੰਦੇ ਹਾਂ, ਸੜਕ ਦੇ ਉੱਤੇ ਲਾ ਦਾਂਗੇ ਉਹ ਵਹੀਕਲਸ ਨੂੰ, ਉਹਦੇ ਨਾਲ ਇੱਕ ਤੇ ਜਿਹੜੀ ਹੈਗੀ ਹੈ ਸਾਡੀ ਜਿਹੜੀ ਸਿਸਟਮ ਚੱਲਦਾ ਪਿਆ, ਇੱਕ ਕਲੈਪਸ ਹੋਣ ਦੇ ਕੰਢੇ ਵੀ ਆ ਜਾਏਗਾ। ਸੈਕੰਡ ਜਿਹੜੀ ਚੀਜ਼ ਹੈਗੀ ਹੈ, ਨਵਾਂ ਸਿਰਫ ਅਸੀਂ ਜਿਹੜੀ ਪਾਲਿਸੀ ਜਿਹੜਾ ਸਾਡਾ ਜੋ ਮੋਟਿਵ ਨਜ਼ਰ ਆ ਰਿਹਾ ਉਹਨਾਂ ਨੇ ਆਪ ਸਟ੍ਰੈਸ ਦਿੱਤਾ।
ਮੰਤਰੀ ਸਾਹਿਬਾਂ ਨੇ ਕਿ ਇਹਦੇ ਵਿੱਚ ਜਿਹੜੀ ਡਿਮਾਂਡ ਘਟੀ ਹੋਈ ਕਮਰਸ਼ੀਅਲ ਵਹੀਕਲਸ ਦੀ ਉਹ ਇਨਕਰੀਜ਼ ਹੋਈ। ਜੇ ਤੇ ਸਿੰਪਲ ਲੌਬਿਸਟ ਦੇਖੋ, ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਉਹਨਾਂ ਦੇ ਕਾਰਪੋਰੇਟਸ ਦੇ ਪ੍ਰੈਸ਼ਰ ਤੋਂ ਵਿਚਾਰ ਕੇ ਕਰਦੇ ਪਏ ਆ। ਇਹ ਟਾਈਮ ਦੱਸੇਗਾ ਜਿੱਦਾਂ ਪਾਲਿਸੀ ਆਏਗੀ। ਅਸੀਂ ਡਿਸਕਸ ਕਰਦੇ ਹਾਂ ਵਾਟ ਸ਼ੁੱਡ ਬੀ ਪਾਲਿਸੀ ਹੋਣੀ ਕਿੱਦਾਂ ਦੀ ਚਾਹੀਦੀ, ਉਹਦਾ ਇੰਪੈਕਟ ਜਿਹੜਾ ਹੈਗਾ। ਜੀ ਨੇ ਵੀ ਸ਼ੁਰੂ ਚ ਇਹੀ ਕਿਹਾ ਵੀ ਇਹਦਾ ਪਾਲਿਸੀ ਕਿੱਦਾਂ ਦੀ ਆਣੀ ਚਾਹੀਦੀ ਹੈ, ਪਾਲਿਸੀ ਕਿੱਦਾਂ ਦੀ ਆਣੀ ਚਾਹੀਦੀ ਹੈ, ਪਾਲਿਸੀ ਦੇ ਵਿੱਚ ਕਿਹੜੀ ਕਿਹੜੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਹੋਣੀਆਂ ਚਾਹੀਦੀਆਂ। ਜਿਹੜਾ ਐਗਜ਼ਿਸਟਿੰਗ ਲਾਅ ਹੈਗਾ, ਐਗਜ਼ਿਸਟਿੰਗ ਰੂਲਸ ਹੈ, ਉਹਨਾਂ ਨੂੰ ਕਿੱਦਾਂ ਮੋਲਡ ਕੀਤਾ ਜਾ ਸਕਦਾ, ਕੀ ਨਵਾਂ ਐਕਟ ਲਿਆਉਣਾ ਚਾਹੀਦਾ ਹੈ ਜਾਂ ਉਹਨਾਂ ਦੇ ਵਿੱਚ ਹੀ ਅਮੈਂਡਮੈਂਟ ਕੀਤੀ ਜਾਣੀ ਚਾਹੀਦੀ ਹੈ। ਹੁਣ ਉਹ ਇੱਕ ਚੀਜ਼ ਉਹਨਾਂ ਨੇ ਹੋਰ ਕਹੀ, ਉਹ ਕਹਿੰਦੇ ਆਟੋਮੇਟਿਡ ਫਿਟਨੈਸ ਸੈਂਟਰ। ਆਟੋਮੇਟਿਡ ਫਿਟਨੈਸ ਸੈਂਟਰ ਤੋਂ ਕੀ ਮਤਲਬ ਹੈ? ਆਟੋਮੇਟਿਡ ਫਿਟਨੈਸ ਸੈਂਟਰ ਤੋਂ ਮਤਲਬ ਹੈ ਜਿਹੜਾ ਆਰਟੀਏ ਦੇ ਵਿੱਚ ਜਿਹੜਾ ਪ੍ਰੈਜ਼ੈਂਟ ਸਿਸਟਮ ਚੱਲਦਾ ਪਿਆ, ਜਿਸ 'ਚ ਮੋਟਰਸਾਈਕਲ ਇੰਸਪੈਕਟਰਸ ਮੈਨੂਅਲ ਜਾਂ ਜੋ ਉਹਨਾਂ ਕੋਲ ਇੰਸਟਰੂਮੈਂਟਸ ਹੈਗੇ ਜਿਹਨਾਂ ਚੈਕਿੰਗ ਕਰਦੇ ਆ, ਉਹ ਬਾਹਰ ਹੋ ਜਾਏਗਾ, ਖਤਮ ਹੋ ਜਾਏਗਾ। ਪਰ ਉੱਥੇ ਇਹ ਨਹੀਂ ਕਿਹਾ ਗਿਆ ਜਿਹੜੇ ਇਨਵੈਸਟਮੈਂਟ ਲੋਕਾਂ ਨੇ ਹੈਵੀ ਇਨਵੈਸਟਮੈਂਟ ਕਰਵਾਈ ਗਈ ਹੈ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਪੋਲਿਊਸ਼ਨ ਚੈੱਕ ਸੈਂਟਰਸ ਵਗੈਰਾ ਜਿਹੜੇ ਹੈਗੇ ਆ, ਕੀ ਉਹਦੀ ਲੋੜ ਰਹੇਗੀ ਨਹੀਂ ਰਹੇਗੀ, ਅਜੇ ਇਹ ਚੀਜ਼ ਕਲੀਅਰ ਨਹੀਂ ਹੈ। ਆਟੋਮੇਟਿਡ ਤੋਂ ਮਤਲਬ ਤੇ ਹੈ ਨਾ ਆਪਣੇ ਆਪ ਹੀ ਆਟੋਮੇਟਿਡ, ਪਰ ਉਹ ਕਿਸ ਤਰ੍ਹਾਂ ਸਰਕਾਰ ਕਿੱਦਾਂ ਉਹ ਸਰਕਾਰ ਉਹ ਇੱਕ ਬੜਾ ਵੱਡਾ ਜਿਹੜਾ ਹੈਗਾ ਜੀ, ਕੋਈ ਨਵੀਂ ਕਿਸੇ ਨਵੀਂ ਟੈਕਨੋਲੋਜੀ ਦੇ ਤਹਿਤ ਕਿ ਉਹਨਾਂ ਨੂੰ ਆਟੋਮੇਟਿਡ ਦੇ ਵਿੱਚ ਹੈਗਾ ਜੀ। ਆਟੋਮੇਟਿਡ ਦੇ ਵਿੱਚ ਜਿਹੜੀ ਮੈਨੂਅਲ ਕੋਈ ਚੀਜ਼ ਨਹੀਂ, ਕਿਉਂਕਿ ਕੰਪਿਊਟਰਾਈਜ਼ ਸਾਰੇ ਸਕੈਨਰਸ ਲੱਗੇ ਹੋਣਗੇ, ਵਹੀਕਲ ਵਿੱਚੋਂ ਕ੍ਰਾਸ ਕਰੇਗਾ, ਜੋ ਉਹਨਾਂ ਦੇ ਪੈਰਾਮੀਟਰਸ ਫੀਡ ਹੋਣਗੇ। ਪਰ ਅੱਗੇ ਵੀ ਜਿਸ ਵੇਲੇ ਆਪਾਂ ਪੋਲਿਊਸ਼ਨ ਕਰਵਾਉਣ ਜਾਂਦੇ ਆ ਤਾਂ ਉੱਥੇ ਕੰਪਿਊਟਰ ਦੀ ਉਹਦਾ ਪੋਲਿਊਸ਼ਨ ਲੈਵਲ ਚੈੱਕ ਕਰ ਰਿਹਾ, ਕੰਪਿਊਟਰ ਚੈੱਕ ਹੁੰਦਾ ਹੈ। ਇਹਦੇ ਵਿੱਚ ਜਿਹੜੀ ਕੰਪਲੀਟ ਫਿਟਨੈਸ ਹੈ ਵਹੀਕਲ ਦੀ, ਜਿਹੜੇ ਜੋ ਉਹਨਾਂ ਦੇ ਰੂਲਸ ਹੈਗੇ। ਆਮ ਤੌਰ ਤੇ ਜਦੋਂ ਆਪਾਂ ਅੱਜਕੱਲ ਵੈਸੇ ਜਦੋਂ ਅਸੀਂ ਆਪਣੇ ਸ਼ੋਰੂਮਸ ਦੇ ਵਿੱਚ ਆਪਣੀ ਗੱਡੀਆਂ ਨੂੰ ਸਰਵਿਸ ਕਰਨ ਲਈ ਜਾਂਦੇ ਆ, ਉਹਨਾਂ ਕੋਲ ਮੇਰਾ ਖਿਆਲ ਇਹ ਟੈਕਨੋਲੋਜੀ ਆਲਰੇਡੀ ਅਵੇਲੇਬਲ ਹੈ, ਆਲਰੇਡੀ ਨਹੀਂ ਹੈ। ਇਹ ਟੈਕਨੋਲੋਜੀ ਵੀ ਨਵੀਂ ਇਹ ਨਵਾਂ ਸਾਰਾ ਸਿਸਟਮ ਹੈਗਾ, ਇਹ ਸਕੈਨਰ ਬੇਸ ਹੈਗੀ ਹੈ। ਠੀਕ ਹੈ। ਇਹ ਇੰਸਟਾਲ ਜਿਹੜੀ ਹੈਗੀ ਹੈ, ਜਦੋਂ ਹੁਣ ਪੰਜਾਬ ਹੈ, ਪੰਜਾਬ ਦੇ ਵਿੱਚ 2 ਜਾਂ 3 ਜਗ੍ਹਾ ਦੇ ਉੱਤੇ ਬਿਗ ਹਾਊਸਿਸ ਜਿਹੜੇ ਹੈਗੇ, ਕਾਰਪੋਰੇਟ ਹਾਊਸਿਸ ਹੈ, ਜਿਹਦੇ ਵਿੱਚ ਟਾਟਾ ਹੋਏਗੀ, ਮਹਿੰਦਰਾ ਹੋਏਗੀ ਜਾਂ ਜਿਹੜੀ ਇਹੋ ਜਿਹੀ ਕੰਪਨੀਆਂ ਹੋਣਗੀਆਂ, ਉਹ ਸਟੈਬਲਿਸ਼ ਕਰਨਗੀਆਂ, ਉਹ ਲਾਉਣਗੀਆਂ। ਉਹ ਕੀ ਚਾਰਜ ਕਰਨਗੇ? ਜਿਹੜਾ ਅੱਜ ਕਾਸਟਿੰਗ ਹੈਗੀ ਆ 100 ਰੁਪਏ ਲੱਗਦਾ ਪਿਆ, ਉਹ 400 ਰੁਪਏ ਤੱਕ ਹੀ ਜਾਏਗੀ। ਬੇਸਿਕਲੀ ਇਹਦਾ ਜਿਹੜਾ ਬਰਡਨ ਹੈ ਉਹ ਲੋਕਾਂ ਤੇ ਪਏਗਾ। ਨਵਜੋਤ ਜੀ, ਜਿਹੜੀ ਆ ਗੱਲ ਨਿਕਲ ਕੇ ਆਈ ਹੈ ਬੇਰੁਜ਼ਗਾਰੀ ਵਾਲੀ, ਆਪਾਂ ਅਕਸਰ ਇਹ ਦੇਖਦੇ ਹਾਂ ਕਿ ਜਦੋਂ ਅਸੀਂ ਸਾਡੇ ਜਿਹੜਾ ਟਰੱਕਾਂ, ਅਸੀਂ ਅਗਰ ਟਰਾਂਸਪੋਰਟ ਟਰੱਕਾਂ ਦੀ ਗੱਲ ਕਰੀਏ ਵੱਡੇ ਲੈਵਲ ਦੇ ਉੱਤੇ, ਜਿਹੜੀ ਟਰਾਂਸਪੋਰਟੇਸ਼ਨ ਲੌਜਿਸਟਿਕ ਦਾ ਜਿਹੜਾ ਸਾਡਾ ਸਿਸਟਮ ਹੈ, ਸਧਾਰਨ ਸਾਡੇ ਨਾ ਬੇਰੁਜ਼ਗਾਰੀ ਖਤਮ ਕਰਨ ਲਈ ਹੋਇਆ ਸੀ ਵੀ ਟਰੱਕਾਂ ਦੇ ਲੋਨ ਦਿੱਤੇ ਗਏ ਸੀ, ਲੋਕਾਂ ਨੇ ਟਰੱਕ ਟੈਕਸੀਆਂ ਪਾਈਆਂ ਗਈਆਂ। ਅਕਸਰ ਆਪਾਂ ਜਦੋਂ ਜਦੋਂ ਟਰੱਕ ਵਾਲਿਆਂ ਨੂੰ ਜਾਂ ਟੈਕਸੀ ਵਾਲਿਆਂ ਨੂੰ ਮਿਲਦੇ ਆ ਨਾ ਜੀ, ਕਿਉਂਕਿ ਮੈਂ ਕੁਦਰਤੀ ਤੌਰ ਤੇ ਬਹੁਤ ਸਾਰੇ ਮੇਰਾ ਜਿਹੜਾ ਇਹ ਆਪਣਾ ਜਿਹੜਾ ਆਫਿਸ ਹੈ ਉਹ ਥੱਲੇ ਇਹ ਸਾਰਾ ਟਾਇਰ ਮਾਰਕੀਟ 'ਚ ਹੀ ਹੈ। ਠੀਕ ਹੈ। ਤੇ ਅਕਸਰ ਅਸੀਂ ਇੱਥੇ ਟਰੱਕਾਂ ਵਾਲੇ 4 ਵੀਲਰਸ ਜਿਹੜੇ ਹੋਰ ਚੱਲਦੇ ਜਿਹੜੇ ਡੋਮੈਸਟਿਕ ਢੋਂਦੇ ਆ, ਜਾਂ ਜਿਹੜੇ ਫਿਰ ਤੁਹਾਡੇ ਕਮਰਸ਼ੀਅਲ ਵਹੀਕਲ ਜਿਹੜੇ ਜਿਨ੍ਹਾਂ 'ਚ ਤੁਸੀਂ ਕਿਹਾ ਟੈਕਸੀ ਦਾ ਜ਼ਿਕਰ ਕੀਤਾ, ਅਕਸਰ ਉਹ ਲੋਕ ਦੇਖਿਆ ਵੀ ਉਹਨਾਂ ਦੀ ਜੇਬ ਤੰਗੀ ਹੁੰਦੀ ਹੈ ਜੀ, ਜਿਹੜੇ ਯੁਵਕ ਰੋਜ਼ਗਾਰ ਲੈ ਕੇ ਚੱਲਦੇ ਆ। ਔਰ ਇੱਥੋਂ ਤੱਕ ਕਿ ਬਈ ਉਹਨਾਂ ਦੇ ਕੋਲ ਜਿਹੜਾ ਹੈ, ਉਹਨਾਂ ਦੇ ਕੋਲ ਟਾਇਰ ਪਵਾਉਣ ਲਈ ਵੀ ਸ਼ਾਇਦ ਕਈ ਪੈਸੇ ਨਹੀਂ ਹੁੰਦੇ, ਔਰ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਕਿਸ਼ਤਾਂ ਵੀ ਹੁੰਦੀਆਂ, ਉਹ ਅਕਸਰ ਸਭ ਜਿੱਦਾਂ ਦੇ ਬੈਂਕਾਂ ਦੇ ਦੇਖੋ ਇਹ ਗੱਲ ਹੈ ਕਿ ਜੇਬ ਤਾਂ ਜੇ ਅਸੀਂ ਫਿਲਾਸਫੀਕਲ ਗੱਲ ਕਰੀਏ, ਜੇਬ ਤਾਂ ਹਮੇਸ਼ਾ ਇਨਸਾਨ ਦੀ ਤੰਗ ਰਹਿਣੀ ਹੈ। ਇਨਸਾਨ ਕਦੀ ਸੈਟੀਸਫਾਈਡ ਹੁੰਦਾ ਹੀ ਨਹੀਂ ਆਪਣੀ ਜੇਬ ਤੋਂ। ਲੋਕਾਂ ਨੂੰ ਲੱਖਾਂ ਕਰੋੜਾਂ। ਤੁਹਾਡਾ ਮੰਨਣਾ ਇਹ ਹੈ ਕਿ ਜਿਸ ਤਰ੍ਹਾਂ ਦਾ ਮੁਲਕ ਹੈ, ਨਹੀਂ ਮੇਰਾ ਇਹ ਮੰਨਣਾ ਹੈ ਕਿ ਪਹਿਲੀ ਗੱਲ ਹੈ ਕਿ ਹਜੇ ਪਾਲਿਸੀ ਦਾ ਮੈਂ ਰੋਕਣਾ ਪਾਲਿਸੀ ਦਾ ਜ਼ਿਕਰ ਹੋਇਆ, ਇਹਨਾਂ ਨੇ ਸ਼ੰਕਾਵਾਂ ਪੁੱਟੀਆਂ। ਹੁਣ ਆਪਾਂ ਇਹ ਦੇਖੀਏ ਕਿ ਇਹਨਾਂ ਨੇ ਕਿਹਾ ਕਿ ਉਹ ਸਕ੍ਰੈਪ ਹੋਏਗਾ। ਇਹਦੇ 'ਚ ਇੱਕ ਪੁਆਇੰਟ ਬਹੁਤ ਇੰਪੋਰਟੈਂਟ ਜਿਹੜਾ ਅਸੀਂ ਮਿਸ ਕਰ ਗਏ ਹਾਂ। ਸਰਕਾਰ ਨੇ ਇਹ ਕਿਹਾ ਕਿ ਜਿਹੜਾ ਓਨਰ, ਕੋਈ ਵੀ ਓਨਰ, ਚਾਹੇ ਉਹ ਕਮਰਸ਼ੀਅਲ ਹੈ, ਚਾਹੇ ਉਹ ਜਿਹੜਾ ਡੋਮੈਸਟਿਕ ਹੈ, ਮਤਲਬ ਘਰ ਲਈ ਯੂਜ਼ ਕਰ ਆਪਣੇ ਲਈ ਕਰ ਲਿਆ ਘਰ, ਨੌਨ ਕਮਰਸ਼ੀਅਲ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਉਹ ਸਕ੍ਰੈਪ ਪਾਲਿਸੀ ਦੇ ਅੰਡਰ ਆਉਂਦਾ, ਉਹਨੂੰ ਅਸੀਂ ਮੋਨਿਟਰੀ ਬੈਨੀਫਿਟ ਦੇਵਾਂਗੇ। ਦੈਟ ਇਜ਼ ਵੈਰੀ ਇੰਪੋਰਟੈਂਟ ਪੁਆਇੰਟ। ਅਸੀਂ ਉਹ ਮੋਨਿਟਰੀ ਬੈਨੀਫਿਟ ਕੀ ਹੈ ਉਹਦੀ ਡਿਟੇਲਸ ਹਜੇ ਵਾਪਸ ਆਉਣੀਆਂ, ਹਜੇ ਆਈਆਂ ਨਹੀਂ ਹੈ। ਜ਼ਿਕਰ ਨਾਲ ਜਿਹੜੇ ਫਾਈਨਾਂਸ ਮਿਨਿਸਟਰ ਜਿਹੜੇ ਆਪਣੇ ਨੇ, ਉਹਨਾਂ ਨੇ ਮੋਨਿਟਰੀ ਬੈਨੀਫਿਟ ਦੀ ਗੱਲ ਕੀਤੀ ਹੈ ਕਿ ਜਿਹੜਾ ਸਕ੍ਰੈਪ ਲਈ ਆਪਟ ਕਰਦਾ ਹੈ ਕਿ ਮੈਂ ਸਕ੍ਰੈਪ ਕਰਾਉਣਾ ਚਾਹੁੰਦਾ, ਉਹਨੂੰ ਬੈਨੀਫਿਟਸ ਦੇਣੀ ਹੈ ਸਰਕਾਰ ਨੇ। ਦੂਸਰਾ ਜਿਹੜਾ ਇਹਦਾ ਪੁਆਇੰਟ ਹੈ, ਬੜਾ ਇੰਪੋਰਟੈਂਟ ਹੋਰ ਪੁਆਇੰਟ ਹੈ ਕਿ ਨਵੇਂ ਵਹੀਕਲਸ ਨੂੰ ਅਸੀਂ ਕਿਉਂ ਪ੍ਰਮੋਟ ਕਰ ਰਹੇ ਹਾਂ। What is the reason behind that? What is the logic behind that? ਇੱਕ ਤਾਂ ਟੈਕਨੋਲੋਜੀ ਬੜੀ ਐਡਵਾਂਸਲੀ ਚੇਂਜ ਹੋ ਰਹੀ ਹੈ। ਅੱਜ ਮੇਰੇ ਕੋਲ ਜਿਹੜਾ ਮੋਬਾਈਲ ਪਿਆ ਹੈ ਉਹ ਅਗਲੇ ਸਾਲ ਆਊਟਡੇਟਡ ਹੋ ਜਾਂਦਾ ਹੈ। ਇਹ ਚੀਜ਼ ਕਾਰਾਂ ਤੇ ਵੀ ਲਾਗੂ ਹੁੰਦੀ ਹੈ।
ਉਹਦੇ ਲਈ ਉਹਨਾਂ ਨੇ 20 ਸਾਲ ਦਾ ਪੀਰੀਅਡ ਨਿਸ਼ਚਿਤ ਕਰ ਦਿੱਤਾ ਹੈ, ਇਹ ਸੋਚ ਕੇ ਵੀ ਜਿਹੜਾ 20 ਸਾਲ ਦਾ ਵਹੀਕਲ ਹੈ ਉਹ ਉਸ ਟੈਕਨੋਲੋਜੀ ਦੇ ਹਿਸਾਬ ਨਾਲ ਆਊਟਡੇਟਡ ਹੋ ਜਾਂਦਾ ਹੈ। ਨਹੀਂ ਉਹ ਜਿਹੜੀ ਚੀਜ਼ ਨਹੀਂ ਤੁਸੀਂ ਫਿਲਾਸਫੀਕਲ ਗੱਲ ਤੁਸੀਂ ਨਹੀਂ ਫਿਲਾਸਫੀ ਨਹੀਂ, ਇੱਕ ਮਿੰਟ ਕੰਪਲੀਟ ਕਰ ਲੈਂਦੋ, ਮੈਂ ਸੁਣਦਾ ਰਿਹਾ, ਮੈਂ ਹੁਣ ਬੋਲਾਂਗਾ, ਮੈਂ ਕੰਪਲੀਟ ਕਰਾਂਗਾ। ਉਹ ਜਿਹੜਾ 20 ਸਾਲ ਦਾ ਪੀਰੀਅਡ ਜਿਹੜਾ ਹੈ ਉਹ ਸਫੀਸ਼ੀਐਂਟ ਪੀਰੀਅਡ ਹੈ, ਠੀਕ ਹੈ ਕਿ ਨਹੀਂ। ਗਵਰਨਮੈਂਟ ਨੇ ਤੈਅ ਕੀਤਾ ਕਿ 20 ਸਾਲ ਬਾਅਦ, ਹੁਣ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਟੈਕਨੋਲੋਜੀ ਬਹੁਤ ਚੇਂਜ ਹੋ ਰਹੀ ਹੈ, ਗਵਰਨਮੈਂਟ ਨੇ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਗਵਰਨਮੈਂਟ ਹੈ, ਅੱਜ ਇੱਕ ਪਾਰਟਿਕੂਲਰ ਪਾਰਟੀ ਦੀ ਗਵਰਨਮੈਂਟ ਹੈ, ਕੱਲ ਦੂਸਰੀ ਪਾਰਟਿਕੂਲਰ ਪਾਰਟੀ ਦੀ ਵੀ ਆ ਸਕਦੀ ਹੈ, ਪਰਸੋਂ ਤੀਸਰੀ ਦੀ ਵੀ ਆ ਸਕਦੀ ਹੈ, ਅਸੀਂ ਡੈਮੋਕ੍ਰੇਸੀ 'ਚ ਹੈਗੇ ਹਾਂ। ਸਾਰੇ ਹੀ ਸੰਸਾਰ ਦੇ ਵਿੱਚ ਜਿਹੜੀ ਇਲੈਕਟ੍ਰੋਨਿਕ ਵਹੀਕਲਸ ਹੈ ਉਹਨਾਂ ਨੂੰ ਪ੍ਰਮੋਟ ਕਰਨ ਦੀ ਇੱਕ ਮੁਹਿੰਮ ਸ਼ੁਰੂ ਹੋਈ ਹੈ। ਹਿੰਦੁਸਤਾਨ ਦੇ ਵਿੱਚ ਜਿਹੜਾ ਹੈ 2030 ਤੱਕ ਇਹ ਐਸਟੀਮੇਟ ਹੈ ਕਿ ਇਲੈਕਟ੍ਰੋਨਿਕ ਵਹੀਕਲਸ ਜਿਹੜੇ ਹੈ ਬੈਟਰੀ ਨਾਲ ਚੱਲਣ ਵਾਲੇ ਉਹ ਕਾਫੀ ਹੱਦ ਤੱਕ ਮਾਰਕੀਟ 'ਚ ਅਵੇਲੇਬਲ ਹੋ ਜਾਣਗੇ। ਇੱਕ ਐਕਸਪੈਕਟੇਸ਼ਨ 4-5 ਸਾਲ ਅੱਗੇ ਪਿੱਛੇ ਹੋ ਜਾਏ। ਬੇਸਿਕ ਲੌਜਿਕ ਇਹੀ ਹੈ ਕਿ ਇਲੈਕਟ੍ਰੋਨਿਕ ਵਹੀਕਲਸ ਨੂੰ ਵੀ ਪ੍ਰਮੋਟ ਕੀਤਾ ਜਾਵੇ, ਕਈ ਐਡਵਾਂਸ ਟੈਕਨੋਲੋਜੀਜ਼ ਜਿਹੜੀਆਂ ਆ ਜਾਂਦੀਆਂ ਉਹ ਅਡਾਪਟ ਹੋਣ, ਇਹ ਵੀ ਨਾਲ ਹੈਗਾ ਆਪਸ਼ਨ। ਔਰ ਉਹ ਇਸ ਕਰਕੇ ਹੋਣਾ, ਉਹ ਯੂਜ਼ਰ ਫ੍ਰੈਂਡਲੀ ਵੀ ਹੁੰਦੀਆਂ, ਟ੍ਰੈਫਿਕ ਫ੍ਰੈਂਡਲੀ ਵੀ ਹੁੰਦੀਆਂ, ਪੋਲੂਸ਼ਨ ਫ੍ਰੈਂਡਲੀ ਵੀ ਹੁੰਦੀਆਂ, ਸਾਰੀਆਂ ਚੀਜ਼ਾਂ ਨੂੰ ਕਵਰ ਕਰਦੇ। ਜਿੱਥੇ ਤੱਕ ਅਨਪਲੋਇਮੈਂਟ ਦਾ ਕੰਸਰਨ ਹੈ, ਗਵਰਨਮੈਂਟ ਨੇ ਉਹ ਜਿਹੜੇ ਬੈਨੀਫਿਟਸ ਦੇਣੇ ਆ, ਜਿਹੜਾ ਬੰਦਾ ਸਰੰਡਰ ਕਰਨਾ, ਉਹਦਾ ਸਾਨੂੰ ਹਜੇ ਇੰਤਜ਼ਾਰ ਕਰਨਾ ਚਾਹੀਦਾ, ਉਹਦੇ ਡਿਟੇਲਸ ਆਉਣੇ ਨੇ, ਠੀਕ ਹੈ ਜੀ। ਹੋ ਸਕਦਾ ਕਿ ਉਹ ਬੈਨੀਫਿਟਸ ਇੰਨੇ ਹੋਣ ਕਿ ਤੁਹਾਡੀ ਜੇਬ ਵਧਾ ਦੇਣ, ਘਟਾਉਣ ਦੀ ਬਜਾਏ ਤੁਸੀਂ ਉਹਦਾ ਇੰਤਜ਼ਾਰ ਕਰਨਾ। ਤੁਸੀਂ ਬਿਲਕੁਲ ਸਹੀ ਗੱਲ ਕਰ ਰਹੇ ਕਿ ਇੰਤਜ਼ਾਰ ਕਰਨਾ ਚਾਹੀਦਾ, ਪਰ ਮੈਨੂੰ ਲੱਗਦਾ ਵੀ ਸਰਕਾਰ ਨੂੰ ਜਿਹੜੀ ਵਿਕਸਤ ਤੁਸੀਂ ਸ਼ੁਰੂ 'ਚ ਗੱਲ ਕਹੀ ਵੀ ਇਹਦੇ ਤੇ ਚਰਚਾ ਹੋਣੀ ਚਾਹੀਦੀ ਹੈ ਜੀ ਬਿਲਕੁਲ। ਤੇ ਜਿਸ ਤਰ੍ਹਾਂ ਤੁਸੀਂ ਹੁਣੇ ਜ਼ਿਕਰ ਕੀਤਾ ਵੀ ਇਹਦਾ ਮਕਸਦ ਕੱਲਾ এনवायरमेंट ਨਹੀਂ ਹੈਗਾ, ਤੁਸੀਂ ਹੁਣੇ ਜ਼ਿਕਰ ਕੀਤਾ ਬਿਲਕੁਲ ਨਵੀਆਂ, ਜਿਸ ਤਰ੍ਹਾਂ ਤੁਸੀਂ ਮੋਬਾਈਲ ਦੇ ਨਾਲ ਉਹਦਾ ਕੰਪੈਰੀਜ਼ਨ ਕਰਕੇ ਕਿਹਾ ਕਿ ਜਿਹੜੀਆਂ ਨਵੀਆਂ ਟੈਕਨੋਲੋਜੀਜ਼ ਆ ਰਹੀਆਂ ਉਹਦੇ ਮੁਤਾਬਕ ਸਰਕਾਰ ਚਾਹੁੰਦੀ, ਤੇ ਫਿਰ ਇਹ ਸਾਰੀ ਗੱਲ ਮੁਲਕ ਦੇ ਸਾਹਮਣੇ ਖੁੱਲ ਕੇ ਹੋ ਕਿਉਂ ਨਹੀਂ ਰਹੀ? ਇਹ ਗੱਲ ਸਰਕਾਰ ਨੂੰ ਜਿਹੜੀ ਹੈ এনवायरमेंट ਨਾਲ ਜੋੜ ਕੇ ਨਹੀਂ ਕਰਨੀ ਚਾਹੀਦੀ, ਸਾਰੇ ਸਟੇਕ ਹੋਲਡਰਸ ਹੈਗੀ ਇਹਦੇ ਵਿੱਚ ਇਨਵੋਲਵਮੈਂਟ ਹੋਣੀ ਚਾਹੀਦੀ ਹੈ। ਉਹਦੇ ਵਿੱਚ ਅੱਛਾ, ਦੂਸਰੀ ਜਿਹੜੀ ਤੁਸੀਂ ਨਿਊਜ਼ਪੇਪਰ ਸੀ ਪੜ੍ਹ ਕੇ ਅਸੀਂ ਸਾਰੇ ਲੋਕ ਉਹ ਆ ਜਿਹੜੇ ਮਤਲਬ ਅਸੀਂ ਇੰਟੈਲੈਕਚੁਅਲ ਕਹਿ ਲਈਏ, ਆਪਣੇ ਆਪ ਨੂੰ ਜਾਂ ਅਸੀਂ ਲਿਟਰੇਰੀ ਫੀਲਡ ਦੇ ਬੰਦੇ ਕਹਿ ਲਈਏ, ਪ੍ਰੋਫੈਸ਼ਨਲਸ ਕਹਿ ਲਈਏ, ਜਾਗਰੂਕ ਨਾਗਰਿਕ ਕਹਿ ਲਈਏ, ਤੁਸੀਂ ਨਾਲ ਇੱਕ ਜ਼ਿਕਰ ਕੀਤਾ ਵੀ ਟੈਕਨੋਲੋਜੀ ਦੇ ਹਿਸਾਬ ਨਾਲ ਜਿਹੜੀ ਹੈ ਉਹ ਬੈਟਰੀ ਵਹੀਕਲਸ ਆਉਣੇ ਆ, ਬੈਟਰੀ ਵਹੀਕਲਸ ਦਾ ਜ਼ਿਕਰ ਕੀਤਾ। ਹੁਣ ਬੈਟਰੀ ਵਹੀਕਲਸ ਦੇ ਆਉਣ ਦੇ ਨਾਲ ਇਹ ਇੱਕ ਅੰਦਾਜ਼ਾ ਲਾਇਆ ਜਾ ਰਿਹਾ ਹੈ ਬਈ ਇਹ ਪੋਲਿਊਸ਼ਨ ਉਹਦੇ ਨਾਲ ਘਟੇਗਾ ਜਿਹੜਾ ਵਹੀਕਲਸ ਤੋਂ ਪੈਦਾ ਹੁੰਦਾ, ਕਿਉਂਕਿ ਜਿਹੜੇ ਤਾਂ ਜੀ ਵਿਕਸਿਤ ਦੇਸ਼ ਨੇ ਉਹਨਾਂ ਨੇ ਤਾਂ এনवायरमेंट ਨੂੰ ਕੰਟਰੋਲ ਕਰਨ ਲਈ, ਬੈਟਰ ਬਣਾਉਣ ਲਈ ਇੰਡਸਟਰੀਲਾਈਜੇਸ਼ਨ ਘਟਾਈ ਹੈ, ਬਹੁਤ ਸਾਰੇ ਤਰੀਕੇ ਹਨ। ਇਹਦੇ 'ਚ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਜਿਸ ਵੇਲੇ ਜਿਸ ਤਰ੍ਹਾਂ ਜਿਹੜੀ ਬੈਟਰੀ ਹੈ, ਬੈਟਰੀ ਜਿਸ ਬਕਸੇ ਦੇ ਵਿੱਚ ਸਧਾਰਨ ਤੌਰ ਤੇ ਆਪਾਂ ਦੇਖਦੇ ਹਾਂ ਉਹ ਤਾਂ ਟੋਟਲੀ ਕਾਰਬਨ ਦਾ ਡੱਬਾ ਹੁੰਦਾ, ਉਹ ਇੰਡਸਟਰੀ ਆਪਾਂ ਕੰਪੈਰੀਜ਼ਨ ਤਾਂ ਦੇਖਣਾ ਹੀ ਹੈ ਨਾ, ਆਪਾਂ ਕੰਪੈਰੀਟਿਵਲੀ ਜਿਹੜਾ ਸਾਡਾ এনवायरमेंट ਨਹੀਂ, ਜਿਸ ਵੇਲੇ ਆਪਾਂ এনवायरमेंट ਦੀ ਗੱਲ ਕਰਦੇ ਹਾਂ ਫਿਰ ਆਪਾਂ ਨੂੰ ਲੱਗਦਾ ਕਿ ਵਿਕਸਨ ਸਾਨੂੰ ਜਿਹੜਾ ਫਿਰ ਸਾਨੂੰ ਜਿਹੜੀ ਐਸਾ ਨਹੀਂ ਲੱਗਦਾ ਕਿ ਸਾਨੂੰ ਜੀਵਨ ਸ਼ੈਲੀ ਦੀ ਬਦਲਾਅ ਵਾਲੇ ਪਾਸੇ ਤੁਰਨਾ ਚਾਹੀਦਾ। ਬਿਲਕੁਲ ਤੁਰਨਾ ਚਾਹੀਦਾ, ਬਿਲਕੁਲ ਠੀਕ ਹੈ। ਜਦੋਂ ਅਸੀਂ এনवायरमेंट ਦੀ ਗੱਲ ਕਰਦੇ ਹਾਂ ਜਾਂ ਕੁਝ ਇੱਕ ਰੀਜ਼ਨ ਹੋਰ ਦਿੱਤਾ ਗਿਆ ਸੀ ਪਾਲਿਸੀ, ਸਕ੍ਰੈਪ ਪਾਲਿਸੀ ਵਾਸਤੇ, ਕਿ ਜਿਹੜੇ ਕੰਡਮ ਵਹੀਕਲ ਹੋ ਚੁੱਕੇ ਆ ਜੇ ਉਹਨਾਂ ਨੂੰ ਸੜਕ ਤੋਂ ਅਸੀਂ ਹਟਾਉਂਦੇ ਆ ਉਹਨਾਂ ਨਾਲ ਜਿਹੜੀ ਟ੍ਰੈਫਿਕ ਕੰਜੈਸ਼ਨ ਵੀ ਘਟੂਗੀ। ਜੇ ਅਸੀਂ ਟ੍ਰੈਫਿਕ ਕੰਜੈਸ਼ਨ ਘਟਾਉਣੀ ਚਾਹੁੰਦੇ ਆ ਤਾਂ ਸਕ੍ਰੈਪ ਪਾਲਿਸੀ ਦੀ ਗੱਲ ਨਹੀਂ ਹੈ ਕਿ ਸਾਨੂੰ ਪਬਲਿਕ ਟਰਾਂਸਪੋਰਟ ਵੀ ਇਨਕਰੀਜ਼ ਕਰਨਾ ਪਏਗਾ, ਚਾਹੇ ਸ਼ਹਿਰ ਨੇ ਜੀਵਨ ਸ਼ੈਲੀ ਜਿਹੜੀ ਗੱਲ ਕਰ ਰਹੇ ਸਾਨੂੰ ਜਿਹੜੀ ਪਬਲਿਕ ਟਰਾਂਸਪੋਰਟ ਜਿਹੜੀ ਹੈਗੀ ਆ ਉਹ ਸਰਕਾਰ ਐਸਾ ਬਦਲਾਅ ਕਿਉਂ ਨਹੀਂ ਲਿਆਉਣਾ ਚਾਹੁੰਦੀ ਕਿ ਸਿੰਗਲ ਵਹੀਕਲ ਜਿਹੜਾ ਇੱਕ ਫੈਮਿਲੀ 'ਚ ਹੋਵੇ? এনवायरमेंट ਘਟਾਉਣ ਦੀ ਜਿਹੜੀ ਹੈ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਜਿਹੜਾ ਸਕ੍ਰੈਪ ਪਾਲਿਸੀ ਨਹੀਂ, ਸਾਨੂੰ ਜਿਹੜਾ ਸਾਡਾ ਮੋਟਰ ਵਹੀਕਲ ਰੂਲਸ ਨੇ, ਜੋ ਸਾਡਾ ਐਕਟ ਹੈ ਉਹਨੂੰ ਫਿਊਚਰ ਫੋਰਕਾਸਟਿੰਗ ਨੂੰ ਲੈ ਕੇ ਸਸਟੇਨੇਬਲ ਡਿਵੈਲਪਮੈਂਟ ਨੂੰ ਦੇਖਦੇ ਹੋਏ ਸਾਨੂੰ ਆਗੇ 30 ਸਾਲ ਦਾ ਬਲੂਪ੍ਰਿੰਟ ਆਪਣੀ ਕੰਟਰੀ ਦੇ ਸਾਹਮਣੇ ਰੱਖਣਾ ਚਾਹੀਦਾ। ਉਹਦੇ ਵਿੱਚ ਜਿੰਨੇ ਸਟੇਕ ਹੋਲਡਰਸ ਹੈ ਉਹਨਾਂ ਸਾਰਿਆਂ ਨੂੰ ਇਨਵੋਲਵ ਕਰਨਾ ਚਾਹੀਦਾ, ਉਹਨਾਂ ਦੀ ਰਾਏ ਲਈ ਜਾਣੀ ਚਾਹੀਦੀ ਹੈ। ਉਹਦੇ ਵਿੱਚ ਕਈ ਚੀਜ਼ਾਂ ਦੇਖਣੀ ਕਿ ਕਈ ਚੀਜ਼ਾਂ ਦੀ ਸਟੱਡੀ ਕਰਨੀ ਬਣਦੀ ਹੈ, এনवायरमेंट, ਉਹਨਾਂ ਦੇ EMPLOYMENT ਨੂੰ ਕੋਈ ਫਰਕ ਨਾ ਪਏ, ਗਵਰਨਮੈਂਟ ਰੈਵਨਿਊ ਵੀ ਬਹੁਤ ਇੰਪੋਰਟੈਂਟ ਹੈ, ਕਿਉਂਕਿ ਐਡਾ ਟੈਕਸੇਸ਼ਨ ਜਿਹੜੀ ਆਪਾਂ ਲੈ ਰਹੇ ਹਾਂ ਉਹਦੇ ਨਾਲ ਕਾਫੀ ਜਿਹੜਾ ਸਾਡਾ ਸੜਕਾਂ ਵਗੈਰਾ ਜਿਹੜਾ ਡਿਵੈਲਪਮੈਂਟ ਹੈਗੀ ਆ ਉਹ ਐਸੇ ਫੰਡ ਦੇ ਵਿੱਚ ਹੀ ਹੁੰਦੀ। ਬਿਲਕੁਲ ਠੀਕ ਹੈ। ਉਹ ਜਿਹੜੀ ਸਾਰੀ ਚੀਜ਼ਾਂ ਨੂੰ ਧਿਆਨ ਰੱਖ ਕੇ ਇੱਕ ਜਿਹੜੀ ਹੈਗੀ ਕੰਸੋਲੀਡੇਟਡ ਪਾਲਿਸੀ ਲੈਣੀ ਚਾਹੀਦੀ, ਇਕੱਲੀ ਸਕ੍ਰੈਪ ਪਾਲਿਸੀ ਨਾਲ ਗੱਲ ਨਹੀਂ ਬਣਨੀ। ਜੇ ਸਕ੍ਰੈਪ ਪਾਲਿਸੀ ਹੈ ਇੱਕ ਟਾਈਮਲੀ ਰਿਫਾਰਮ ਜਿਹੜਾ ਹੈਗਾ ਉਹਨੂੰ ਕਹਿ ਸਕਦੇ ਆ, ਜਾਂ ਇੱਕ ਰਿਲੀਫ ਕਹਿ ਸਕਦੇ ਹਾਂ। ਰਿਲੀਫ ਜਿਹੜੀ ਹੈਗੀ ਹੈ ਉਹ ਸ਼ਾਇਦ ਸੋਸਾਇਟੀ ਆਮ ਬੰਦੇ ਨੂੰ ਨਹੀਂ ਹੋਊਗੀ, ਉਹ ਰਿਲੀਫ ਜਿਹੜੀ
ਇਨੀਸ਼ੀਅਲੀ ਸਾਨੂੰ ਨਜ਼ਰ ਆ ਰਹੀ ਹੈ, ਉਹ ਨਜ਼ਰ ਆ ਰਹੀ ਹੈ ਕਮਰਸ਼ੀਅਲ ਵਹੀਕਲ ਮੈਨੂਫੈਕਚਰਰਸ ਦੇ ਉੱਤੇ। ਇਹ ਰਿਲੀਫ ਉਹਨਾਂ ਵਾਸਤੇ ਹੋ ਸਕਦੀ ਹੈ ਕਿ ਹਿਊ ਐਂਡ ਕਰਾਈ। ਦੇਖੋ ਜਿਹੜੀ ਪਾਲਿਸੀ ਦੇ ਵਿੱਚ ਇਹ ਨਹੀਂ ਕਿਹਾ ਗਿਆ ਕਿ ਇਟ ਵੁੱਡ ਬੀ ਕੰਪਲਸਰੀ ਔਰ ਵਲੰਟੀਅਰ। ਜੋ ਇਹਨਾਂ ਦੀ ਨਜ਼ਰ ਆ ਰਿਹਾ, ਉਹ ਨਜ਼ਰ ਆ ਰਿਹਾ ਕਿ ਵਲੰਟੀਅਰ ਪਾਲਿਸੀ ਹੋਏਗੀ। ਉਹ ਤਾਂ ਨਵਜੋਤ ਜੀ ਨੇ ਕਿਹਾ ਕਿ ਪਾਲਿਸੀ ਨੂੰ ਖੋਲਣ ਦਿਓ, ਪਾਲਿਸੀ ਖੁੱਲੇਗੀ ਜਦੋਂ ਪਾਲਿਸੀ ਆਏਗੀ ਸੁਝਾਅ ਹੈ ਕਿ ਵਲੰਟੀਅਰ ਹੋਏਗੀ। ਇਹ ਪਾਲਿਸੀ ਜੋ ਸਾਨੂੰ ਨਜ਼ਰ ਆ ਰਿਹਾ ਫਿਲਹਾਲ ਦੀ ਘੜੀ ਇਹ 'ਚ ਕੰਪਲਸ਼ਨ ਫਿਲਹਾਲ ਨਹੀਂ ਕੀਤੀ ਅਗਰ ਤਾਂ ਵਲੰਟੀਅਰ ਆਂਦੀ ਹੈ ਤਾਂ ਫਿਰ ਵੀ ਜੀ ਕਿਸੇ ਹੱਦ ਤੱਕ ਉਹਦੇ ਵਿੱਚ ਜਿਹੜਾ ਹੈਗਾ 15 ਸਾਲ ਇੱਕ ਵੱਡਾ ਵਹੀਕਲ ਹੈਗਾ, ਉਹਦੀ ਏਜ ਇਹਨਾਂ ਦੇ 15 ਸਾਲ ਦਾ ਸਾਡੇ ਕੋਲ ਪਹਿਲਾਂ ਵੀ ਹੈਗਾ ਜੀ ਇਹ ਜਿਹੜਾ ਸਾਡੇ ਆਲਰੇਡੀ ਹੈਗਾ ਹੈ। ਇਹ ਹਿਊਮਨ ਕਰਾਈ ਹੈ ਬੇਸਿਕਲੀ। ਇਹ ਜਿਹੜੀ ਚੀਜ਼ ਹੈਗੀ ਆਲਰੇਡੀ ਹੈਗੀ ਹੈ। 15 ਸਾਲ ਬਾਅਦ ਤੁਹਾਨੂੰ ਯਾਦ ਹੈ ਸਾਡੇ ਰੋਡ ਟੈਕਸ ਸਾਰਾ ਲਾਇਸੈਂਸ ਵੀ ਮੇਰੇ ਕੁਝ ਹੋਰ ਸੈਪਰੇਟ ਚੀਜ਼ ਹੈ ਜਿਹੜੀ ਵਾਹੀਕਲ ਦੀ ਲਾਈਫ ਹੈ ਉਹ ਵੀ ਇਹਦੀ ਲਾਈਫ ਹੀ ਹੈ। ਉਹ ਤੋਂ ਬਾਅਦ ਸਾਨੂੰ ਉਹਨੂੰ ਰਿਨਿਊ ਕਰਾਉਣਾ ਪੈਂਦਾ ਹੈ। ਇਸ ਤੋਂ ਇਲਾਵਾ ਜਿਹੜਾ ਪਰ ਅੱਗੇ ਵੀ ਉਹਦੀ ਫਿਟਨੈਸ ਨਾਲ ਨਵੀਂ ਆਰਸੀ ਬਣਦੀ ਹੈ ਨਾ ਜੀ। ਅੱਗੇ ਵੀ ਸਾਡੇ ਸਿਸਟਮ ਹੈ ਕਿ ਜਿਹੜਾ 15 ਸਾਲ ਦੀ ਲਾਈਫ ਸਾਡੇ ਇੱਕ ਵਹੀਕਲ ਦੀ ਤੈਅ ਹੈ, ਜਿਹੜਾ ਜਿਹੜੇ ਆਪਾਂ ਯੂਜ਼ ਕਰਦੇ ਹਾਂ। ਵਹੀਕਲ ਕਮਰਸ਼ੀਅਲ ਵਹੀਕਲ ਹੈ, ਉਹਦੀ ਹਰ ਸਾਲ ਫਿਟਨੈਸ ਹੋਣੀ ਹੈ। ਜੇ ਉਹ ਫਿਟਨੈਸ ਹਰ ਸਾਲ ਨਹੀਂ ਕਰਾਉਂਦਾ, ਟੈਸਟ ਕਰਾਉਂਦਾ, ਤੇ ਉਹਨੂੰ ਇੱਕ ਸਰਟਨ ਪੈਨਲਟੀ ਹੈਗੀ ਹੈ ਡੇ ਬਾਈ ਡੇ। ਉਹਨੂੰ ਜਿਹੜੀ ਹੈਗੀ ਹੈ 50 ਰੁਪਏ ਆਈ ਥਿੰਕ ਹੈਗਾ ਜੀ ਪਰ ਡੇ ਪੈਨਲਟੀ ਵੀ ਲੱਗਦੀ ਹੈ। ਬਿਲਕੁਲ ਠੀਕ ਹੈ। ਹੁਣ ਪ੍ਰੋਬਲਮ ਕਿੱਥੇ ਹੈਗੀ ਹੈ ਕਿ ਸਾਡੇ ਵਾਸਤੇ ਜਿਹੜੀ ਟੈਕਸੇਸ਼ਨ ਹੈਗੀ ਹੈ, ਸਾਡੇ ਪਹਿਲੀ ਗੱਲ ਤੇ ਗਵਰਨਮੈਂਟ ਟੈਕਸ ਇੰਪੋਜ਼ ਕਰ ਲੈਂਦੀ ਹੈ। ਦੇਖਣ ਦੇ ਵਿੱਚ ਲੱਗਦਾ ਕਿ ਗਵਰਨਮੈਂਟ ਨੂੰ ਬਹੁਤ ਵੱਡੀ ਇਨਕਮ ਆ ਰਹੀ ਹੈ। ਐਕਚੁਅਲੀ ਕੀ ਹੈ ਕਿ ਲੋਕ ਟੈਕਸ ਡਿਫਾਲਟ ਕਰ ਦਿੰਦੇ ਆ। ਠੀਕ ਹੈ। ਉਹ ਟੈਕਸ ਡਿਫਾਲਟ ਜਦੋਂ ਅਸੀਂ ਐਕਟ ਪੜ੍ਹਦੇ ਐਕਟ 'ਚ ਲਿਖਿਆ ਹੋਇਆ that should be recovered as a land revenue। ਉਹ ਤਾਂ ਫਿਰ ਮਤਲਬ ਉਹ ਇੱਕ ਅਫੈਂਸ ਬਣ ਜਾਂਦਾ। ਹੁਣ ਬੜੇ ਸਾਲ ਹੋ ਗਏ ਜਿਨ੍ਹਾਂ ਲੋਕਾਂ ਨੇ ਟੈਕਸ ਡਿਫਾਲਟ ਕਰਤਾ, ਗਵਰਨਮੈਂਟ ਸੈਂਟਰ ਗਵਰਨਮੈਂਟ ਨੇ ਜਾਂ ਸਟੇਟ ਗਵਰਨਮੈਂਟ ਨੇ ਅੱਜ ਤੱਕ ਕੋਈ ਇਹੋ ਜਿਹੀ ਪਾਲਿਸੀ ਨਹੀਂ ਕੱਢੀ ਕਿ ਉਹ ਜਿਹੜੀ ਪੀਰੀਅਡ ਨੂੰ ਕੰਟਰੋਲ ਕਰਕੇ ਜਾਂ ਜਿਹੜਾ ਉਹਨਾਂ ਨੂੰ ਕੋਈ ਰਿਲੀਫ ਦੇ ਕੇ ਥੋੜੇ ਬਹੁਤੇ ਟੈਕਸ ਲੈ ਕੇ ਉਸ ਚੀਜ਼ ਨੂੰ ਪੈਨਲਟੀ ਨੂੰ ਰਿਮੂਵ ਕਰਕੇ ਅੱਗੇ ਪਾਲਿਸੀਸ ਆਉਂਦੀ ਸੀ। ਉਹਦੇ ਨਾਲ ਵੀ ਜਿਹੜਾ ਹੈਗਾ ਕਾਫੀ ਲੋਕ ਜੇ ਸਕ੍ਰੈਪ 'ਚ ਵੀ ਜਾਣਾ ਤੁਸੀਂ ਤੇ ਸਕ੍ਰੈਪ ਵਾਸਤੇ ਤੁਹਾਨੂੰ ਪੁਰਾਣਾ ਟੈਕਸ ਜਿਹੜਾ ਹੈਗਾ ਉਹ ਪੇ ਕਰਨਾ ਪਏਗਾ। ਜੇ ਤੁਸੀਂ ਪੁਰਾਣਾ ਟੈਕਸ ਪੇ ਨਹੀਂ ਕਰਦੇ, ਕਿਉਂਕਿ ਅੱਜ ਜਿਹੜਾ ਕਮਰਸ਼ੀਅਲ ਵਹੀਕਲ ਹੈ ਉਹ ਮੋਰ ਦੈਨ 60% ਡਿਫਾਲਟਰ ਹੈ। ਕਿਉਂਕਿ ਮੋਸਟਲੀ ਜਿਹੜਾ ਹੁਣ ਪੰਜਾਬ ਦੀ ਗੱਲ ਕਰਦੇ, ਪੰਜਾਬ ਵਿੱਚ ਕੋਈ ਇਹੋ ਜਿਹੀ ਇੰਡਸਟਰੀ ਨਹੀਂ ਹੈਗੀ ਜਿੱਥੇ ਟਰਾਂਸਪੋਰਟ ਲਾਈਨ ਹੈਗੀ ਉਹਨੂੰ ਫੀਡ ਕਰਦੀ ਹੋਏ। ਇੱਥੇ ਜਿਹੜਾ ਸੀਜ਼ਨਲ ਹੈ ਟਰਾਂਸਪੋਰਟ ਲਾਈਨ, ਉਹ ਫਾਰਮਿੰਗ ਸੈਕਟਰ ਨਾਲ ਵੇਟ ਕਰਦਾ ਹੈ। ਜਿਹੜੇ ਕਿਸਾਨ ਨੇ ਉਹਨਾਂ ਦਾ ਇੱਕ ਬੱਚਾ ਜਿਹੜਾ ਹੈਗਾ ਟਰਾਂਸਪੋਰਟ ਲਾਈਨ ਦੇ ਵਿੱਚ ਮੋਸਟਲੀ ਉਹ ਛਮਾਈ ਜਿਹੜੀ ਹੈਗੀ ਆ ਉਹ ਗੱਡੀ ਚਲਾਉਂਦੇ ਆ। ਜਦੋਂ ਫਸਲ ਆਉਂਦੀ ਹੈ ਜਾਂ ਫਸਲ ਨੂੰ ਲਿਫਟ ਕਰਨ ਵਾਸਤੇ ਉਹ ਚਲਾਉਂਦੇ ਆ। ਉਹ ਜਿਹੜੀ ਗੱਡੀਆਂ ਮੋਸਟਲੀ 6 ਮਹੀਨੇ ਬਾਅਦ ਚੱਲਦੀਆਂ, ਔਰ 6 ਮਹੀਨੇ ਬਾਅਦ ਚੱਲਣ ਦੇ ਬਾਵਜੂਦ ਵੀ ਉਹਨੂੰ ਸਾਰੇ ਸਾਲ ਦਾ ਟੈਕਸ ਦੇਣਾ ਪੈਂਦਾ ਹੈ। ਸਾਨੂੰ ਟੈਕਸੇਸ਼ਨ ਸਿਸਟਮ ਸੁਧਾਰਨਾ ਪਊਗਾ। ਜਿਹੜੀ ਆਪਾਂ ਮੋਨੀਟਰੀ ਰਿਲੀਫ ਦੀ ਵਕੀਲ ਨਾਲ ਗੱਲ ਕੀਤੀ ਨਵਜੋਤ ਜੀ ਨੇ, ਉਹ ਜਿਹੜਾ ਮੋਨੀਟਰੀ ਰਿਲੀਫ ਹੈ ਤਾਂ ਮਿਲੇਗਾ ਜੇ ਤੁਸੀਂ ਸਾਰੇ ਪੈਰਾਮੀਟਰਸ ਦੇ ਹੋਵੋਗੇ। ਜੇ ਤੁਸੀਂ ਸਾਰਾ ਟੈਕਸ ਅਪਡੇਟ ਦਿੱਤਾ ਹੋਏਗਾ ਤੇ ਤੁਸੀਂ ਟੈਕਸ ਨਹੀਂ ਦਿੱਤਾ ਹੋਏਗਾ, ਤੁਸੀਂ ਸਕ੍ਰੈਪ ਪਾਲਿਸੀ ਦਾ ਪਾਰਟ ਨਹੀਂ ਬਣ ਸਕਦੇ, ਤੁਸੀਂ ਉਹਦਾ ਬੈਨੀਫਿਟ ਨਹੀਂ ਲੈ ਸਕਦੇ। ਗਵਰਨਮੈਂਟ ਨੂੰ ਉਸ ਐਂਗਲਸ ਨਾਲ ਵੀ ਸੋਚਣਾ ਪਏਗਾ ਜੋ ਪ੍ਰੈਕਟੀਕਲ ਐਂਗਲਸ ਹੈ। ਨਹੀਂ ਇਹ ਠੀਕ ਗੱਲ ਹੈ ਤੁਸੀਂ, ਕਿਉਂਕਿ ਨਾ ਵਿਦੇਸ਼ਾਂ 'ਚ ਮੈਂ ਕਈ ਜਗ੍ਹਾ ਦੇਖਿਆ ਵੀ ਜਿਹੜਾ ਟੈਕਸ ਹੈ ਨਾ ਜੀ, ਟੈਕਸ ਇਵਨ ਜਿਹੜਾ ਇੰਸ਼ੋਰੈਂਸ ਹੈ ਜੀ, ਸਾਡੇ ਤਾਂ ਇੰਸ਼ੋਰੈਂਸ ਹੁੰਦਾ ਸਾਲ ਦਾ, ਉੱਥੇ ਮੰਥਲੀ ਇੰਸ਼ੋਰੈਂਸ ਵੀ ਹੈਗਾ। ਜਦੋਂ ਤੁਸੀਂ ਗੱਡੀ ਯੂਜ਼ ਕਰਦੇ ਹਾਂ, ਅਗਰ ਤੁਸੀਂ ਗੱਡੀ ਮਤਲਬ ਤੁਸੀਂ ਨਹੀਂ ਕੱਢੀ ਗੱਡੀ ਬਾਹਰ ਘਰ ਤੋਂ, ਤੁਸੀਂ ਉਹਦਾ ਵੀ ਇੰਸ਼ੋਰੈਂਸ ਕਰਾ ਸਕਦੇ ਜਦੋਂ ਤੁਸੀਂ ਇੰਨੇ ਦਿਨ ਲਈ ਕਿਤੇ ਜਾਣਾ। ਸੇਮ ਚੀਜ਼ ਸਾਨੂੰ ਟੈਕਸੇਸ਼ਨ 'ਚ ਵੀ ਲਿਆਣੀ ਪਏਗੀ। ਮੈਂ ਤਾਂ ਉਹੀ ਕਹਿ ਰਿਹਾ ਕਿ ਦੇਖੋ ਜੀ ਆਪਾਂ ਪਾਲਿਸੀ ਦਾ ਸਿਕਲ ਹੋਇਆ ਹੈ। ਮੇਕ ਸਾਹਿਬ ਨੇ ਬੜੇ ਰੈਲੇਵੈਂਟ ਪੁਆਇੰਟ ਚੁੱਕੇ ਨੇ। ਆਪਾਂ ਨੂੰ ਸਸਟੇਨੇਬਲ ਇਹ ਤਾਂ ਸਾਰੇ ਮੰਨਦੇ ਆ ਕਿ ਪਾਲਿਸੀ ਹੋਣੀ ਚਾਹੀਦੀ। ਮੇਰੇ ਹਿਸਾਬ ਨਾਲ ਹਾਂ ਪਾਲਿਸੀ ਹੋਣੀ ਚਾਹੀਦੀ। ਪਾਲਿਸੀ ਕੀ ਸੁਧਾਰ ਲੈਣੇ ਉਹਦੇ ਵਾਸਤੇ ਆਪਾਂ ਚਰਚਾ ਕਰਦੇ ਹੋਏ ਜੇ ਮੋਨਟਰੀ ਬੈਨੀਫਿਟ ਹੈ, ਮੇਰਾ ਇਹ ਮੰਨਣਾ ਹੈਗਾ ਹੈ ਕਿ ਜੋ ਪਾਲਿਸੀ ਜਿਹੜੀ ਇਹ ਹੈਗੀ ਹੈ ਸਾਨੂੰ ਇਹਦੇ ਆਪਣੇ ਸੁਜੈਸ਼ਨਸ ਦੀ ਅੱਜ ਇਸ ਪ੍ਰੋਗਰਾਮ ਵਿੱਚ ਦਿੱਤੇ ਹੈ। ਉਹ ਜਿਹੜਾ ਅਸੀਂ ਕੋਈ ਪ੍ਰੋਗਰਾਮ ਦੇਖ ਰਿਹਾ ਪਹੁੰਚਦੇ ਹੋਣਗੇ, ਨਾਲ ਦੀ ਨਾਲ ਇਹ ਵੀ ਸਾਨੂੰ ਦੇਖਣਾ ਚਾਹੀਦਾ ਕਿ ਅਗਰ ਜਿਹੜਾ ਆਪਣਾ এনवायरमेंट ਹੈ ਇਹਦੇ ਨਾਲ ਅਗਰ ਪਹਿਲੀ ਆਹ ਪਾਲਿਸੀ ਆਉਂਦੀ ਹੈ ਵਹੀਕਲ ਪੋਲੂਸ਼ਨ ਦੇ ਉੱਪਰ, ਤੇ ਜਿਹੜੀ ਸ਼ਾਂਤੀ ਦੂਜੀ ਨਾਲ ਕੀਤੀ ਕਿ ਜੀਵਨ ਸ਼ੈਲੀ ਵੀ ਜਿਹੜੀ ਚੇਂਜ ਕਰਨ ਦੀ ਜ਼ਰੂਰਤ ਜਿਹੜੀ ਹੈ ਉਹਦੇ ਵੱਲ ਸਰਕਾਰ ਨਹੀਂ ਮੈਂ ਕਹਿ ਰਿਹਾ, ਸਰਕਾਰਾਂ ਤੁਰਨਗੀਆਂ ਤੁਹਾਡੀ ਜਿਹੜੀ ਜੀਵਨ ਸ਼ੈਲੀ ਕੀਤੀ ਅਸੀਂ ਫੋਰਨ 'ਚ ਦੇਖਦੇ ਹਾਂ ਜੀਵਨ ਸ਼ੈਲੀਆਂ ਦੇ ਨਾਲ ਹੀ ਜਿਹੜੀ ਹੈ এনवायरमेंट ਪ੍ਰੋਟੈਕਸ਼ਨ ਦੀ ਸਰਕਾਰ ਨੇ ਇੱਕ ਸ਼ੁਰੂਆਤ ਕੀਤੀ ਹੈ। ਆਪਾਂ ਨੂੰ ਰਲ ਮਿਲ ਕੇ ਸਰਕਾਰ ਦੇ ਸਾਥ ਦੇਣਾ ਚਾਹੀਦਾ ਔਰ ਆਪਣਾ এনवायरमेंट ਨੂੰ ਬਚਾਉਣ ਦਾ ਇਨੀਸ਼ੀਏਟਿਵ ਜਿਹੜਾ ਜੀਵਨ ਸ਼ੈਲੀ ਵਾਲਾ ਰਹੀ ਹੈ ਉਹ ਵੀ ਆਪਾਂ ਨੂੰ ਚਾਹੀਦਾ। ਔਰ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੀ ਸ਼ੰਕਾਵਾਂ ਆ ਰਹੀਆਂ ਜਿਵੇਂ ਕਿ ਅਨਇੰਪਲੋਇਮੈਂਟ ਦੀਆਂ ਹੈ ਉਹ ਦੂਰ ਕਰਨੀਆਂ ਚਾਹੀਦੀਆਂ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੋ ਸਕਦੀ। ਦੇਖੋ ਜਿਹੜੀ ਤੁਸੀਂ ਜਿੱਥੋਂ ਤੁਸੀਂ ਸ਼ੁਰੂ ਕੀਤਾ ਸੀ ਤੁਸੀਂ ਉੱਥੇ ਫਿਰ ਆ ਕੇ ਇਸ ਗੱਲ ਦੇ ਉੱਤੇ ਆਏ ਜੇ। ਮੈਨੂੰ ਲੱਗਦਾ ਵਿਕ ਸਾਹਿਬ ਕਿ ਮੈਂ ਸੁਣਿਆ ਕਿ ਸਿੰਗਾਪੁਰ ਦੇ ਵਿੱਚ ਨਾ ਜੀ ਪਤਾ ਕਿ ਉਹ ਇੱਕ ਛੋਟਾ ਸਿਟੀ ਸਟੇਟ ਟਾਈਪ ਹੈਗਾ, ਉੱਥੇ ਜਦੋਂ ਕਿਸੇ ਨੇ ਨਵਾਂ ਵਹੀਕਲ ਲੈਣਾ ਨਾ ਜੀ ਉਹਨੂੰ ਸਰਕਾਰ ਕੋਲੋਂ ਪਰਮਿਸ਼ਨ ਲੈਣੀ ਪੈਂਦੀ ਹੈ
ਕਿ ਮੈਂ ਨਵਾਂ ਵਹੀਕਲ ਲੈਣਾ, ਉਹ ਫਿਰ ਸਰਕਾਰ ਨੂੰ ਪੁੱਛਦੀ ਹੈ ਉਹਨੂੰ ਵੀ ਕਿਉਂ ਲੈਣਾ, ਮਤਲਬ ਰੀਜ਼ਨ ਕੀ ਤੁਹਾਡਾ ਹੋ ਗਿਆ। ਮੈਨੂੰ ਲੱਗਦਾ ਵੀ ਜਿਹੜੀ ਵਿਕ ਸਾਹਿਬ ਨੇ ਇੱਕ ਗੱਲ ਬੜੀ ਇੰਪੋਰਟੈਂਟ ਕੀਤੀ ਵੀ ਮਾਨਯੋਗ ਸਾਡੇ ਜਿਹੜੇ ਵਿੱਤ ਮੰਤਰੀ ਨੇ, ਜਦੋਂ ਉਹਨਾਂ ਨੇ ਆਪਣੀ ਸੁਜੈਸ਼ਨ ਜਾਂ ਕਹਿ ਲਓ ਪ੍ਰਸਤਾਵ ਜਿਹੜਾ ਆਇਆ ਬਜਟ ਦੇ ਵਿੱਚ ਦੱਸਿਆ, ਉਹਦੇ 'ਚ ਉਹਨਾਂ ਨੇ ਜਿਹੜੀ ਕਮਰਸ਼ੀਅਲ ਵਹੀਕਲ ਬਣਾਉਣ ਵਾਲੀ ਇੰਡਸਟਰੀ ਹੈ, ਜਿਹੜੇ ਕਾਰਪੋਰੇਟ ਹਾਊਸਿਸ ਨੇ, ਉਹਨਾਂ ਦਾ ਜ਼ਿਕਰ ਜ਼ਿਆਦਾ ਕੀਤਾ ਵੀ ਉਹਨਾਂ ਨੂੰ ਆ ਰਿਹਾ ਵੀ ਇਸ ਵਜ੍ਹਾ ਦੇ ਨਾਲ ਕਿ ਇਹ ਜਿਹੜੀ ਫਿਟਨੈਸ ਦਾ ਸਾਰਾ ਸਿਸਟਮ ਨਹੀਂ ਹੈਗਾ, ਆਟੋਮੇਟਿਡ ਫਿਟਨੈਸ ਸਿਸਟਮ, ਇਹਦੇ ਨਾਲ ਉਹ ਇੰਡਸਟਰੀ ਜਿਹੜੀ ਆ ਗਰੋ ਨਹੀਂ ਕਰ ਪਾ ਰਹੀ। ਇਹ ਕਹਿ ਰਹੇ ਸੀ ਨਾ ਤੁਸੀਂ ਜੀ। ਤਾਂ ਜਦੋਂ ਸਰਕਾਰ ਦਾ ਅਗਰ ਮੋਟਿਵ ਸਿਰਫ এনवायरमेंट ਨਾਲ ਰਿਲੇਟਡ ਹੈ, ਤਾਂ ਫਿਰ ਜਦੋਂ ਇਸ ਕਿਸਮ ਦੀਆਂ ਗੱਲਾਂ ਉਸ ਪ੍ਰਸਤਾਵ ਦੇ ਵਿੱਚ ਸਾਹਮਣੇ ਆਉਂਦੀਆਂ ਤਾਂ ਫਿਰ ਸਾਡੀ ਐਸੇ ਮਸਲਿਆਂ ਦੇ ਉੱਤੇ ਡਿਸਕਸ ਕਰਨਾ ਤਾਂ ਬਣਦਾ ਜੀ। ਸ਼ਾਇਦ ਵੇਖ ਸਕਦੇ ਤੁਸੀਂ ਵੀ, ਮੇਰਾ ਖਿਆਲ ਇਸੇ ਕਰਕੇ ਅਸੀਂ ਪਹਿਲਾਂ ਇਹ ਚਰਚਾ ਕੀਤੀ। ਸੋ ਅਸੀਂ ਪਿਆਰੇ ਦਰਸ਼ਕੋ ਕੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਹਲੇ ਵੀ ਨਵਜੋਤ ਜੀ ਦੇ ਮੁਤਾਬਕ ਜਿਹੜਾ ਹੈ ਕਿ ਇਹ ਅਰਲੀ ਹੈ, ਚਰਚਾ ਨਹੀਂ ਹੋਣੀ ਚਾਹੀਦੀ ਇਸ ਹਿਸਾਬ ਨਾਲ ਫੌਰੀ ਤੌਰ ਤੇ, ਜਿਵੇਂ ਪਾਲਿਸੀ ਨਹੀਂ ਹੁੰਦੀ। ਪਰ ਮੈਨੂੰ ਲੱਗਦਾ ਹੈ ਵੀ ਸਾਨੂੰ ਸਾਰਿਆਂ ਨੂੰ ਸ਼ਾਇਦ ਜਿਸ ਤਰ੍ਹਾਂ ਅਸੀਂ ਜਾਗਰੂਕ ਨਾਗਰਿਕ ਦੇ ਤੌਰ ਤੇ ਇਕੱਠੇ ਹੁੰਦੇ ਹਾਂ, ਤੋ ਸਾਨੂੰ ਇਹ ਵੀ ਚਾਹੀਦਾ ਕਿ ਜਿਹੜੀਆਂ ਜਿੱਦਾਂ ਤੁਸੀਂ ਜੀਵਨ ਸ਼ੈਲੀ ਦੀ ਗੱਲ ਕੀਤੀ ਕਿ ਜੀਵਨ ਸ਼ੈਲੀ ਅਗਰ ਅਸੀਂ এনवायरमेंट ਤੇ ਕਰਦੇ ਹਾਂ, ਤਾਂ ਕਿਉਂਕਿ ਅਸੀਂ ਇੱਕ ਡੈਮੋਕ੍ਰੈਟਿਕ ਸੈਟਅਪ 'ਚ ਕੰਮ ਕਰ ਰਹੇ ਹਾਂ। ਜਿੱਦਾਂ ਐਜੂਕੇਸ਼ਨ ਨੀਤੀ ਸਰਕਾਰ ਨੇ ਬਦਲੀ ਹੈ, ਹੁਣ ਲਗਭਗ ਨੇੜੇ ਜਾ ਰਹੇ ਉਹਦੇ, ਤਾਂ ਸਰਕਾਰ ਨੇ ਉਹਦੇ ਲਈ ਇੱਕ ਤਰ੍ਹਾਂ ਰੈਫਰੈਂਡਮ ਟਾਈਪ ਕੀਤਾ ਸੀ ਆਨਲਾਈਨ, ਉਹਦੇ ਬਾਰੇ ਸੁਜੈਸ਼ਨਸ ਦਿੱਤੀਆਂ ਸੀ। ਤਾਂ ਇਹ ਜਿਹੜੀ ਗੱਲ ਕਰਨੀ ਚਾਹੀਦੀ, ਜਿੱਦਾਂ ਤੁਸੀਂ ਕਹਿੰਦੇ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਜਿਹੜਾ ਨੇ ਡੈਮੋਕ੍ਰੈਟਿਕ ਸੈਟਅਪ ਦੇ ਅਸੀਂ ਬੰਦੇ ਹਾਂ, ਤਾਂ ਸਰਕਾਰ ਨੂੰ ਲੋਕ ਰਾਏ ਦੇ ਨਾਲ ਜਿਹੜਾ ਉਹ ਯੋਜਨਾਵਾਂ ਬਣਾਉਣ ਤੋਂ ਪਹਿਲਾਂ ਲੋਕ ਰਾਏ ਲੈਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ। ਕਿਉਂਕਿ ਜਿਹੜਾ ਜਿਸ ਤਰ੍ਹਾਂ ਵਿਕ ਸਾਹਿਬ ਨੇ ਬੜੇ ਅੱਛਾ ਚੁੱਕੀਆਂ, ਜਿੱਦਾਂ ਵਿਕ ਸਾਹਿਬ ਨੇ ਕਿਹਾ ਵੀ ਉਹਦੇ ਨਾਲ ਬੇਰੋਜ਼ਗਾਰੀ ਆਏਗੀ। ਇੱਕ ਪਾਸੇ ਤਾਂ ਸਾਡੇ ਪ੍ਰਧਾਨ ਮੰਤਰੀ ਇਹ ਵੀ ਕਹਿੰਦੇ ਆ ਕਿ 80 ਕਰੋੜ ਮੁਲਕ ਦੇ ਜਿਹੜੇ ਲੋਕ ਆ, ਉਹਨਾਂ ਨੂੰ ਅਸੀਂ ਹਲੇ ਪਤਾ ਨਹੀਂ ਅਗਲੇ 5 ਕਿ 10 ਸਾਲ ਸਾਨੂੰ ਮੁਫਤ ਰਾਸ਼ਨ ਦੇਣਾ ਪੈਣਾ। ਤਾਂ ਉਹ ਫਿਰ ਜੇ ਸਾਰਾ ਟੈਕਸ ਰਾਸ਼ਨ ਦੇ ਉੱਤੇ ਦੇ ਦੇਣਾ, ਤੇ ਫਿਰ ਪ੍ਰਾਇੋਰਟੀ ਤਾਂ ਇਸ ਗੱਲ ਦੇ ਉੱਤੇ ਆਉਣੀ ਚਾਹੀਦੀ ਹੈ, ਪ੍ਰਾਇੋਰਟੀ ਤਾਂ ਇੱਥੇ ਹੋਣੀ ਚਾਹੀਦੀ ਹੈ। ਫਿਰ ਜਿੱਦਾਂ ਤੁਸੀਂ ਗੱਲ ਕੀਤੀ ਸੀ ਕਿ ਫਿਰ ਸਾਰੇ ਆਦਮੀਆਂ ਦੇ ਲਈ ਰੋਜ਼ਗਾਰ ਦੇ ਅਵਸਰ ਪੈਦਾ ਕਰਨੇ। ਅੱਛਾ, ਫਿਰ এনवायरमेंट ਦੀ ਗੱਲ ਕਰਦੇ ਆ, ਤਾਂ ਜਿੱਦਾਂ ਜਿਸ ਵੇਲੇ ਤੁਹਾਡੇ ਵਹੀਕਲਸ ਬਣਨੇ ਜ਼ਿਆਦਾ ਸ਼ੁਰੂ ਹੋਣਗੇ, ਤਾਂ ਫਿਰ ਇੰਡਸਟਰੀਲਾਈਜੇਸ਼ਨ ਹੋਏਗੀ, ਗੱਲ ਇਹ ਹੈ ਨਾ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਅਸੀਂ ਇਸ ਜਿਹੜੀ ਡਿਸਕਸ਼ਨ ਨੂੰ ਵਾਈਂਡ ਅਪ ਕਰਨ ਤੋਂ ਪਹਿਲਾਂ ਅਸੀਂ ਸਰਕਾਰ ਨੂੰ ਸ਼ਾਇਦ ਆਪਾਂ ਜੁਆਇੰਟ ਤੌਰ ਤੇ ਇਹ ਮੈਸੇਜ ਦਈਏ ਕਿ ਸਰਕਾਰ ਜਦੋਂ ਇਸ ਕਿਸਮ ਦੀਆਂ ਵਿਆਪਕ ਗੱਲਾਂ, ਕਿਉਂਕਿ ਸਰਕਾਰ ਹਰ ਗੱਲ ਦੇ ਉੱਤੇ ਤਾਂ ਨਹੀਂ ਰਾਏ ਲੈ ਸਕਦੀ, ਪਰ ਜਿਹੜੀਆਂ ਬਹੁਤ ਮਤਲਬ ਪਾਲਿਸੀਜ਼ ਜਿਹੜੀਆਂ ਮੁਲਕ ਦੇ ਨਾਲ ਜੁੜੀਆਂ, ਜਿਹੜੀਆਂ ਮੁਲਕ ਦੇ ਨਾਲ ਜ਼ਿਕਰ ਕੀਤਾ, ਮੁਲਕ ਦੀਆਂ ਸਮੱਸਿਆਵਾਂ ਨਾਲ ਜਿਹੜੀਆਂ ਜੁੜੀਆਂ, ਉਹਦੇ ਉੱਪਰ ਲੋਕ ਰਾਏ ਲੈਣ ਦੀ ਕੋਸ਼ਿਸ਼ ਜਿਹੜੀ ਹੈ ਉਹ ਪਹਿਲਾਂ ਕਰਨੀ ਚਾਹੀਦੀ ਹੈ। ਰੈਫਰੈਂਡਮ ਟਾਈਪ ਜਿਹੜਾ ਹੈਗਾ, ਕਿਉਂਕਿ ਸਾਨੂੰ ਜਦੋਂ ਰੈਫਰੈਂਡਮ ਸ਼ਬਦ ਤੋਂ ਸਾਰੇ ਡਰ ਜਾਂਦੇ ਆ। ਨਹੀਂ, ਦੇਖੋ ਸਰਕਾਰ ਜਿਹੜੀ ਹੈ, ਸਾਡੇ ਰੈਫਰੈਂਡਮ ਸ਼ਬਦ ਦੀ ਜਦੋਂ ਗੱਲ ਹੁੰਦੀ ਹੈ, ਸਾਡੇ ਮੁਲਕ ਦੀ ਪਾਲਿਸੀ ਵੀ ਡਰ ਜਾਂਦੇ ਆ। ਸਾਡੇ ਹਰੇ ਸਿਰਫ ਜ਼ਿਕਰ ਹੀ ਸੋ ਮੈਂ ਕਹਾਂਗਾ ਸੁਝਾਅ ਲੈਣੇ ਚਾਹੀਦੇ, ਸੁਝਾਅ ਜ਼ਰੂਰ ਲੈਣੇ ਚਾਹੀਦੇ। ਆਉਂਦੇ ਟਾਈਮ ਦੇ ਵਿੱਚ ਸਾਨੂੰ ਕੱਲਾ এনवायरमेंट ਹੀ ਨਹੀਂ, এনवायरमेंट ਜ਼ਰੂਰ ਪ੍ਰੋਟੈਕਟ ਕਰਨਾ ਹੈ। ਨਾਲ ਸਾਨੂੰ ਪੋਲੀਟੀਕਲ ਜਿਹੜਾ ਆਪਣਾ ਵਾਹੀਕੁਲਰ ਟ੍ਰੈਫਿਕ ਦੀ ਕੰਜੈਸ਼ਨ ਹੈ, ਪਾਰਕਿੰਗ ਦੀ ਪ੍ਰੋਬਲਮ ਹੈ, ਇਹ ਸਾਰੀ ਚੀਜ਼ਾਂ ਨੂੰ ਦੇਖਣੀਆਂ ਪੈਣੀਆਂ। ਇਹ ਬੜੀ ਇੰਪੋਰਟੈਂਟ ਗੱਲ ਸੀ ਜਿਹੜੀ ਇਹਨਾਂ ਨੇ, ਆਪਾਂ ਇਹ ਭੁੱਲ ਗਏ ਕਿ ਜਿਹੜੀ ਉਹਨੂੰ ਰੋਡ ਤੋਂ ਤੁਸੀਂ ਘਟਾਉਣ ਦੀ ਗੱਲ ਕੀਤੀ, ਟ੍ਰੈਫਿਕ ਕੰਜੈਸ਼ਨ ਦੀ ਤੁਸੀਂ ਗੱਲ ਕੀਤੀ, ਸਾਡੇ ਸੜਕਾਂ ਟ੍ਰੈਫਿਕ ਕੰਜੈਸ਼ਨ, ਪਾਰਕਿੰਗ ਦੀ ਬੜੀ ਪਰ ਪ੍ਰੋਬਲਮ ਹੈ ਸਾਡੇ। ਜਦੋਂ ਤੁਸੀਂ ਇੰਨੀਆਂ ਗੱਡੀਆਂ ਹਟਾਓਗੇ ਤਾਂ ਉਨੀਆਂ ਆਉਣਗੀਆਂ, ਤਾਂ ਟ੍ਰੈਫਿਕ ਕੰਜੈਸ਼ਨ ਤਾਂ ਉਹੀ ਰਹੇਗੀ। ਉਹ ਸੋਲੂਸ਼ਨ ਇਹ ਹੈਗਾ ਜਿੱਦਾਂ ਹਾਲੈਂਡ ਕੰਟਰੀ ਛੋਟੀ ਕੰਟਰੀ ਹੈ, ਉੱਥੋਂ ਦਾ ਜਿਹੜਾ ਪ੍ਰਾਈਮ ਮਿਨਿਸਟਰ ਆਪ ਸਾਈਕਲ ਚਲਾ ਕੇ, ਉਹ ਜੀਵਨ ਸ਼ੈਲੀ ਦੀ ਗੱਲ ਆ ਗਈ ਨਾ, ਜੀਵਨ ਸ਼ੈਲੀ ਵੀ ਹੈ, ਸਾਨੂੰ ਥੋੜਾ ਸਟੇਟਸ ਕੰਪਲਸ਼ਨ ਨਹੀਂ ਹੋ ਸਕਦੀ ਡੈਮੋਕ੍ਰੈਟਿਕ, ਮੁਸ਼ਕਲ ਹੈ ਸਾਡੇ ਲਈ, ਮੁਸ਼ਕਲ ਹੈ ਨਾ, ਸਾਡੇ ਲਈ ਮੁਸ਼ਕਲ ਹੈ। ਸੋ ਦਰਸ਼ਕੋ ਅਸੀਂ ਡਿਕਟੇਟਰਸ਼ਿਪ ਆ ਗਈ ਜੀ, ਇਹ ਡੈਮੋਕ੍ਰੇਸੀ ਖਤਮ ਕਰਤੀ ਜੀ, ਸਾਨੂੰ ਬੰਦ ਕਰਾਤਾ ਜੀ, ਉਹ ਪ੍ਰੈਕਟੀਕਲੀ ਪੋਸੀਬਲ ਨਹੀਂ ਹੈ ਇੰਡੀਆ 'ਚ, ਕੋਈ ਹਾਲੈਂਡ ਵੀ ਪੋਸੀਬਲ ਹੈ। ਲੋਕਾਂ ਨੂੰ ਅਸੀਂ ਜੋ ਹੁੰਦੇ ਨੇ ਲੋਕ ਹੁੰਦੇ ਨੇ, ਜਦੋਂ ਅਸੀਂ ਕੰਪੇਨਸ ਚਲਾਉਣੇ ਆ ਲੋਕ ਹੁੰਦੇ ਨੇ। ਅੱਜ ਜਦੋਂ ਪੁਰਾਣੇ ਸਮੇਂ ਆਪਣੇ ਇੱਥੇ ਹੈਲਮਟ ਪਾਉਂਦਾ ਕੋਈ ਨਹੀਂ ਸੀ ਜੀ, ਪਰ ਹੁਣ ਬਹੁਤ ਸਾਰੇ ਲੋਕ ਹੈਲਮਟ ਪਾਉਣ ਲੱਗ ਪਏ, ਬੈਲਟ ਲਾਉਣ ਲੱਗ ਪਏ। ਤੁਹਾਡੀ ਗੱਲ ਸੋ ਪਿਆਰੇ ਦਰਸ਼ਕੋ, ਅਸੀਂ ਇਹ ਕਿਉਂਕਿ ਡਿਸਕਸ਼ਨਸ ਜਿਹੜੀਆਂ ਹੁੰਦੀਆਂ ਬਹੁਤ ਖੁੱਲਦੀਆਂ ਚਲੀਆਂ ਜਾਂਦੀਆਂ, ਜਿੱਦਾਂ ਇਹਨਾਂ ਦਾ ਜ਼ਿਕਰ ਹੁੰਦਾ ਉਹ ਵਿਸ਼ੇ ਦੇ ਵਿਸ਼ੇ ਬਣਦੇ ਚਲੇ ਜਾਂਦੇ ਆ। ਸੋ ਸਾਡਾ ਇਸ ਮਸਲਾ ਪ੍ਰੋਗਰਾਮ ਦਾ ਮਕਸਦ ਸਿਰਫ ਇਹ ਹੈ ਕਿ ਅਸੀਂ ਆਪਣੇ ਮੁਲਕ ਦੇ ਲੋਕਾਂ ਨੂੰ, ਇਸ ਲੋਕਤੰਤਰ ਨੂੰ ਜਿਹੜਾ ਇੰਨਾ ਜਾਗਰੂਕ ਰੱਖੀਏ ਕਿ ਸਰਕਾਰਾਂ ਜਿਹੜੀਆਂ ਵੀ ਪਾਲਿਸੀਜ਼ ਲੈ ਕੇ ਆਉਂਦੀਆਂ ਉਹਦੇ ਉੱਪਰ ਉਹ ਆਪਣਾ ਪਹਿਲਾਂ ਅਗਰ ਮੰਗਦੀਆਂ ਤਾਂ ਵੀ, ਤੇ ਬਾਅਦ ਵਿੱਚ ਵੀ ਜਿਹੜਾ ਆਪਣੀ ਰਾਏ ਜ਼ਰੂਰ ਅਲੱਗ-ਅਲੱਗ ਪਲੇਟਫਾਰਮਸ ਤੋਂ ਵਿਅਕਤ ਕਰਨ। ਸੋ ਤੁਹਾਡਾ ਬਹੁਤ ਧੰਨਵਾਦ ਨਵਜੋਤ ਜੀ, ਬਹੁਤ ਸਾਹਿਬ ਤੁਸੀਂ ਸਮੇਂ ਦਿੱਤਾ, ਔਰ ਅਸੀਂ ਚਾਹਾਂਗੇ ਵੀ ਇਹ ਤੁਸੀਂ ਇਸ ਪਾਲਿਸੀ ਤੇ ਜ਼ਰੂਰ ਹੋਰ ਸਟੱਡੀ ਕਰੋ, ਫਿਰ ਆਪਣੇ ਦਰਸ਼ਕਾਂ ਨਾਲ ਜਿਹੜਾ ਜਿੱਦਾਂ ਨਵਜੋਤ ਜੀ ਨੇ ਕਿਹਾ ਸੀ ਕਿ ਪਾਲਿਸੀ ਨੂੰ ਪੂਰਾ ਆ ਲੈਣ ਦਿਓ, ਤਾਂ ਉਹ ਆਈ ਹੋਈ ਪਾਲਿਸੀ ਦੇ ਉੱਪਰ ਵੀ ਅਸੀਂ ਜਿਹੜਾ ਡਿਸਕਸ ਕਰਕੇ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਦਰਸ਼ਕਾਂ ਨੂੰ ਕਿ ਕੱਲੀ ਅਸੀਂ ਨਹੀਂ, ਜਿਹੜੇ ਲੋਕ ਦੇਖਦੇ ਪਏ ਨੇ,
ਉਹ ਇਹਦੇ ਵਿੱਚ ਸਰਕਾਰ ਤੱਕ ਆਪਣੀ ਗੱਲ ਚਾਹੇ ਈਮੇਲ ਜਾਂ ਚਾਹੇ ਚਿੱਠੀ ਦੇ ਨਾਲ ਜ਼ਰੂਰ ਪਾਉਣ ਐਟਲੀਸਟ। ਬਿਲਕੁਲ ਠੀਕ ਸਾਡੇ ਪ੍ਰਧਾਨ ਮੰਤਰੀ ਨੇ ਅਰੇਂਜਮੈਂਟ ਕੀਤਾ ਹੈ mygovernment.in ਕਰਕੇ mygovernment.in ਦੇ ਉੱਤੇ ਅਸੀਂ ਇਨੀਸ਼ੀਏਟਿਵ ਲਈਏ, initiative ਅਸੀਂ ਲੋਕਾਂ ਨੂੰ ਜਿਹੜਾ ਹੈਗਾ ਗਵਰਨਮੈਂਟ ਦਾ ਆਪਣੀ ਗੱਲ ਪਹੁੰਚਾਉਣੀ ਚਾਹੀਦੀ ਹੈ। ਜੋ ਮੈਂ ਤੁਹਾਡੀ ਗੱਲ ਨਾਲ ਵਿਕ ਸਾਹਿਬ ਨੇ ਸਮਾਪਤੀ ਕੀਤੀ ਵੀ ਇਹਦਾ ਮਕਸਦ ਇਹ ਹੈ ਕਿ ਅਸੀਂ ਜਿਹੜਾ ਹੈ ਸਾਡੇ ਲੋਕਾਂ ਨੂੰ ਲੋਕ ਰਾਏ ਦੇਣ ਦੇ ਵੀ ਇਨੀਸ਼ੀਏਟਿਵ ਲੈਣਾ ਚਾਹੀਦਾ ਤਾਂ ਕਿ ਸਰਕਾਰ ਨੂੰ ਵੀ ਪਤਾ ਲੱਗੇ, ਕਿਉਂਕਿ ਸਰਕਾਰ ਕਈ ਵਾਰੀ ਸਾਰੀਆਂ ਗੱਲਾਂ ਨਹੀਂ ਜਾਣ ਪਾਉਂਦੀ। ਸੋ ਪਿਆਰੇ ਦਰਸ਼ਕੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਆਸ ਕਰਦੇ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਨੂੰ ਇਸ ਤਰ੍ਹਾਂ ਹੀ ਵੇਖਦੇ ਰਹੋਗੇ। ਸ਼ੁਕਰੀਆ, ਮਿਹਰਬਾਨੀ, ਸਤਿ ਸ੍ਰੀ ਅਕਾਲ, ਨਮਸਕਾਰ।